ਕੁਲਦੀਪ ਕੌਰ ਭੁੱਲਰ ਦਾ ਨਾਵਲ ਹੈ ਜ਼ਹਿਰੀਲੀ ਧਰਤੀ। ਅੰਗ ਪਹਿਲਾ। ਪਾਵੇ ਰੂਹ ਮੇਰੀ ਕੂਕਾਂ ਮਾਰਦੀ, ਮੈਨੂੰ ਅੰਬੜੀ ਨਜ਼ਰ ਨਾ ਆਵੇ। ਜਸਨੂਰ ਨੇ ਅੱਧ ਮੀਟੀਆਂ ਅੱਖਾਂ ਖੋਲ੍ਹੀਆਂ, ਆਲੇ ਦੁਆਲੇ ਨਜ਼ਰ ਘੁਮਾਉਣ ਦੀ ਕੋਸ਼ਿਸ਼ ਕੀਤੀ। ਆਲੇ ਦੁਆਲੇ ਤਿੱਖੀਆਂ ਜੀਆਂ ਝਾੜੀਆਂ ਤੇ ਰੇਤ ਹੀ ਰੇਤ ਸੀ। ਉਹਨੇ ਹਿੱਲਣ ਦੀ ਕੋਸ਼ਿਸ਼ ਕੀਤੀ। ਹੇਠਲਾ ਪਾਸਾ ਜਮਾ ਮਾਰਿਆ ਪਿਆ ਸੀ ਪੀੜ ਨਾਲ। ਮੋਢਿਆਂ ਤੋਂ ਹੇਠਾਂ ਤੇ ਛਾਤੀ ਤੋਂ ਚੀਸਾਂ ਉੱਠ ਰਹੀਆਂ ਸਨ। ਅਥਾਹ ਪੀੜ ਨਾਲ ਉਹ ਕਰਾ ਵੀ ਨਹੀਂ ਸਕਦੀ ਸੀ। ਪੀੜ ਕਿਤੇ ਉਹਦੇ ਸੰਗ 'ਚ ਹੀ ਅਟਕੀ ਪਈ ਸੀ। ਬੜਾ ਜ਼ੋਰ ਲਾ ਕੇ ਉਹਨੇ ਪੱਟਾਂ ਤੇ ਪਾਈ ਹੱਥਾਂ ਨੂੰ ਉੱਪਰ ਚੁੱਕਿਆ। ਢਿੱਡ 'ਚ ਖੁੱਬੇ ਵੱਡੇ ਸਾਰੇ ਕੱਚ ਨੂੰ ਦੋਹਾਂ ਹੱਥਾਂ ਨਾਲ ਖਿੱਚਣ ਦਾ ਯਤਨ ਕੀਤਾ, ਪਰ ਜਾਨ ਤਾਂ ਕਿਣਕਾ ਕਿਣਕਾ ਕਰਕੇ ਜਾ ਰਹੀ ਸੀ। ਜ਼ੋਰ ਨਹੀਂ ਬਚਿਆ ਸੀ ਲਾਉਣ ਨੂੰ। ਹੌਲੀ ਹੌਲੀ ਹੱਥ ਫੇਰ ਉੱਪਰ ਨੂੰ ਝੁੱਕ ਕੇ ਅੱਖਾਂ ਸਾਹਮਣੇ ਕੀਤੇ। ਹੱਥ ਖੂਨ ਨਾਲ ਲੱਥ-ਪੱਥ ਸਨ। ਉਹਦੀਆਂ ਬਾਹਾਂ ਖੂਹ ਦੀ ਟੁੱਟੀ ਲੱਜ ਵਾਂਗਰਾਂ ਪਾਸਿਆਂ ਨੂੰ ਉਲਰ ਗਈਆਂ। ਅੱਖਾਂ 'ਚ ਹੰਝੂਆਂ ਦਾ ਸਮੁੰਦਰ ਸੀ ਤੇ ਦਿਲ 'ਚ ਰੱਬ ਨੂੰ ਉਲਾਂਭਾ। ਦਿਨ ਦਿਹਾੜੇ ਚਿੱਟੀ ਧੁੱਪ 'ਚ ਉਹ ਜਿਸ ਹਾਲ 'ਚ ਪਈ ਸੀ, ਇਹ ਇਨਸਾਨੀਅਤ ਦਾ ਕੰਮ ਤਾਂ ਨਹੀਂ ਸੀ। ਪਾਟੇ ਹੋਏ ਕੱਪੜੇ, ਥਾਂ-ਥਾਂ ਤੇ ਚੱਕੀਆਂ ਦੇ ਜ਼ਖਮ, ਵਹਿਸ਼ਿਆਨਾ ਤਰੀਕੇ ਨਾਲ ਝੰਜੋੜਿਆ ਉਹਦਾ ਫੁੱਲਾਂ ਵਰਗਾ ਜਿਸਮ ਲਾਂਤਾ ਪਾ ਰਿਹਾ ਸੀ ਉਹ ਸੋਚ ਦੇ ਨਾਂ, ਜਿਸ ਨੇ ਇਨਸਾਨੀ ਦਿਮਾਗ ਦੇ ਅੰਦਰ ਜਨਮ ਲੈ ਕੇ ਅੱਜ ਇੱਕ ਕੁਆਰੀ ਕੰਦਲ ਨੂੰ ਵਲੂੰਦਰ ਸੁੱਟਿਆ ਸੀ। ਉਹਦਾ ਦਿਲ ਕੂਕਾਂ ਮਾਰ-ਮਾਰ ਮਾਂ ਨੂੰ ਪੁਕਾਰ ਰਿਹਾ ਸੀ, ਉਸ ਮਾਂ ਨੂੰ ਜਿਹਨੇ ਤੱਤੀਆਂ ਹਵਾਵਾਂ ਵਿੱਚ ਉਹਨੂੰ ਆਪਣੀ ਬੁੱਕਲ ਹੇਠਾਂ ਲੁਕਾ ਕੇ ਪਾਲਿਆ ਸੀ। ਬੇਹੋਸ਼ੀ ਦੀ ਹਾਲਤ ਵਿੱਚ ਵੀ ਉਹਨੂੰ ਆਪਣੇ ਤੋਂ ਵੱਧ ਆਪਣੀ ਮਾਂ ਦਾ ਫਿਕਰ ਸੀ। ਉਹ ਕਿਵੇਂ ਵੇਖੇਗੀ ਮੇਰੀ ਇਹ ਹਾਲਤ? ਨਹੀਂ, ਉਹ ਪਾਗਲ ਹੋ ਜਾਏਗੀ, ਉਹ ਥਾਈਂ ਢੇਰੀ ਹੋ ਜਾਏਗੀ। ਹਾਏ ਰੱਬਾ, ਮੇਰੀ ਮਾਂ ਤੋਂ ਮੈਨੂੰ ਏਦਾਂ ਵੇਖਿਆ ਨਹੀਂ ਜਾਣਾ। ਉਹਨੇ ਬੇਜਾਨ ਹੱਥਾਂ ਨੂੰ ਬੜੇ ਜ਼ੋਰ ਨਾਲ ਹਿਲਾਇਆ। ਆਹ! ਇੱਕ ਕੰਡਾ ਉਹਦੇ ਅੰਗੂਠੇ 'ਚ ਵੱਜਿਆ। ਪੀੜਾਂ ਦਾ ਸਾਗਰ ਤੇ ਉਹ ਡੁੱਬਦੀ ਜਾ ਰਹੀ ਸੀ। ਪੀੜਾਂ 'ਚ ਡੁੱਬੀ ਨੂੰ ਉਹਨੂੰ ਬਚਪਨ ਯਾਦ ਆ ਰਿਹਾ ਸੀ। ਉਹ ਉੱਠਣਾ ਚਾਹੁੰਦੀ ਸੀ, ਦੌੜਨਾ ਚਾਹੁੰਦੀ ਸੀ। ਉਹਦੀਆਂ ਫੈਲੀਆਂ ਹੋਈਆਂ ਲਹੂ ਨਾਲ ਲੱਥ-ਪੱਥ ਲੱਤਾਂ ਜਿਵੇਂ ਭੱਜ ਰਹੀਆਂ ਸਨ। ਸਰੋਂ ਦੇ ਖੇਤਾਂ 'ਚ ਫੁੱਲਾਂ ਨਾਲ ਅਟਖੇਲੀਆਂ ਕਰਦੀ ਉਹ ਸਾਰੇ ਦਰਦਾਂ ਨੂੰ ਪਾਰ ਕਰ ਚੱਲੀ ਸੀ। ਆ ਕੇ ਵੇਖ ਮਾਏ, ਤੇਰੀ ਲਾਡੋ ਤੈਨੂੰ ਜੱਫੀ ਪਾਉਣ ਲਈ ਤਰਸ ਰਹੀ ਹੈ। ਤੇ ਉਹਨੂੰ ਲੱਗਿਆ ਸੱਚੀ ਉਹਦੀ ਮਾਂ ਆ ਗਈ ਹੋਵੇ ਤੇ ਮਾਂ ਨੇ ਭੱਜ ਕੇ ਉਹਨੂੰ ਚੁੱਕ ਲਿਆ ਹੋਵੇ। ਪਿਆਸੇ ਬੁੱਲ੍ਹਾਂ ਤੇ ਮੁਸਕਰਾਹਟ ਆ ਗਈ। ਉਹਦੀ ਮਾਂ ਉਹਨੂੰ ਪਾਣੀ ਪਿਲਾ ਰਹੀ ਹੈ। ਉਹਦੇ ਕੰਨਾਂ 'ਚ ਆਵਾਜ਼ ਆਈ ਜਿਵੇਂ ਮਾਂ ਕਹਿ ਰਹੀ ਸੀ, ਨੂਰ, ਉਹ ਮੇਰੇ ਨੂਰੂ, ਥੋੜ੍ਹਾ ਜਿਹਾ ਦੁੱਧ ਲੈ ਲਿਆ ਕਰ ਨਹਾਉਣ ਵੇਲੇ ਪੁੱਤ। ਚੰਗੀ ਤਰ੍ਹਾਂ ਦੁੱਧ ਮਲ ਕੇ ਫੇਰ ਨਹਾਇਆ ਕਰ। ਆਹ ਸਾਬਣਾਂ 'ਚ ਕੁਛ ਨਹੀਂ ਹੁੰਦਾ ਪੁੱਤ, ਐਵੇਂ ਚਮੜੀ ਖੁਸ਼ਕ ਕਰਦੇ ਨੇ। ਦੁੱਧ ਨਾਲ ਨਹਾ, ਵੇਖੀ ਮੈਲ ਕਿਵੇਂ ਉਤਰਦੀ ਤੇ ਰੰਗ ਕਿਵੇਂ ਨਿਖਰਦਾ। ਫੇਰ ਬਣ ਜੂ ਮੇਰਾ ਪੁੱਤ ਚਿੱਟੀ ਕਬੂਤਰੀ। ਉਹ ਕੌਲੀ 'ਚ ਦੁੱਧ ਲੈ ਕੇ ਬਾਥਰੂਮ 'ਚ ਵੜ ਜਾਂਦੀ, ਫਟਾਫਟ ਨਹਾਉਂਦੀ, ਤਿਆਰ ਹੁੰਦੀ ਤੇ ਮਾਂ ਦੇ ਹੱਥ ਦੀ ਗਰਮ-ਗਰਮ ਪਰੌਂਠੀ ਖਾ ਕੇ ਸਕੂਲ ਜਾਂਦੀ। ਸਕੂਲ ਦੀ ਵੈਨ ਬਾਰ-ਬਾਰ ਮੋੜ ਤੇ ਰੁਕਦੀ ਸੀ। ਉਹ ਕੱਲੀ ਕੁੜੀ ਸੀ ਜੋ ਕਾਨਵੈਂਟ 'ਚ ਪੜ੍ਹਦੀ ਸੀ। ਬਾਕੀ ਬੱਚੇ ਆਮ ਸਕੂਲਾਂ 'ਚ ਪੜ੍ਹਦੇ ਸਨ। ਵੈਨ ਆਉਣ ਤੋਂ 10 ਮਿੰਟ ਪਹਿਲਾਂ ਹੀ ਜਾ ਕੇ ਮੋੜ ਤੇ ਖਲੋ ਜਾਂਦੀ। ਜੇ ਕਦੇ ਉਹ ਲੇਟ ਹੋ ਜਾਂਦੀ ਤਾਂ ਵੈਨ ਵਾਲਾ ਅੰਕਲ ਬਹੁਤ ਹਾਰਨ ਮਾਰਦਾ। ਉਹਨੂੰ ਬੜੀ ਸ਼ਰਮ ਆਉਂਦੀ ਤੇ ਕੋਸ਼ਿਸ਼ ਕਰਦੀ ਕਿ ਕਦੇ ਲੇਟ ਨਾ ਹੋਵੇ। ਜਦੋਂ ਦੀ ਉਹ ਸਕੂਲ ਲੱਗੀ ਸੀ, ਇਸੇ ਵੈਨ 'ਚ ਸਕੂਲ ਜਾਂਦੀ ਸੀ। ਕਿੰਨਾ ਖਿਆਲ ਕਰਦੀ ਸੀ ਵੈਨ ਵਾਲੇ ਅੰਕਲ। ਛੋਟੀ ਹੁੰਦੀ ਜਦੋਂ ਵੈਨ 'ਚ ਚੜ੍ਹਨ ਲੱਗੀ ਰੋਂਦੀ ਤਾਂ ਅੰਕਲ ਉਹਨੂੰ ਚਾਕਲੇਟ ਦੇ ਕੇ ਚੁੱਪ ਕਰਾਉਂਦੇ, ਕਦੇ ਟੌਫੀ ਦਿੰਦੇ। ਜਦੋਂ ਸਕੂਲ ਜਾਣਾ ਸ਼ੁਰੂ ਕੀਤਾ ਸੀ ਤਾਂ ਬਹੁਤ ਰੋਂਦੀ। ਮਾਂ ਤੋਂ 1 ਮਿੰਟ ਪਰੇ ਹੋਣਾ ਕਿੰਨਾ ਔਖਾ ਲੱਗਦਾ ਸੀ। ਫਿਰ ਹੌਲੀ-ਹੌਲੀ ਮਨ ਲੱਗ ਗਿਆ। ਵੈਨ ਵੀ ਹੁਣ ਆਪਣੀ ਲੱਗਦੀ ਤੇ ਸਕੂਲ ਤਾਂ ਬਹੁਤ ਸੋਹਣਾ ਲੱਗਦਾ। ਉਹਨੂੰ ਯਾਦ ਆ ਰਿਹਾ ਸੀ 7ਵੀਂ ਜਮਾਤ ਦੇ ਬਾਅਦ ਅੰਕਲ ਦਾ ਸੁਭਾਅ ਬਦਲ ਗਿਆ ਸੀ। ਜੇ ਕਦੇ ਹੁਣ ਉਹ ਲੇਟ ਹੁੰਦੀ ਤਾਂ ਅੰਕਲ ਹਾਰਨ ਨਹੀਂ ਮਾਰਦਾ ਸੀ, ਸਗੋਂ ਵੈਨ 'ਚ ਚੜ੍ਹਦੀ ਨੂੰ ਡੂੰਘੀ ਨਜ਼ਰ ਨਾਲ ਦੇਖਦਾ ਸੀ ਤੇ ਸਮਾਈਲ ਦਿੰਦਾ ਸੀ। ਉਹਨੂੰ ਬੜਾ ਅਜੀਬ ਲੱਗਦਾ ਤੇ ਉਹ ਫਟਾਫਟ ਮੂੰਹ ਦੂਜੇ ਪਾਸੇ ਕਰਕੇ ਸੀਟ ਤੇ ਬੈਠ ਜਾਂਦੀ। ਵੈਨ ਦੇ ਹੋਰ ਬੱਚੇ ਉਹਦੀਆਂ ਗੱਲਾਂ ਤੇ ਹੱਥ ਲਾ ਕੇ ਵੇਖਦੇ। ਉਹ ਹੱਸਦੀ ਤਾਂ ਉਹਦੀਆਂ ਗੱਲਾਂ ਤੇ ਟੋਇਆਂ 'ਚ ਆਪਣੀਆਂ ਉਂਗਲਾਂ ਪਾ ਕੇ ਹੱਸਦੇ। ਕਈ ਵਾਰ ਵੈਨ ਦਾ ਕੰਡਕਟਰ ਅੰਕਲ ਉਹਦੇ ਨਾਲ ਕਿਵੇਂ ਖਹਿ ਕੇ ਲੰਘਦਾ ਸੀ।
ਉਹਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ। ਉਹ ਮੰਮੀ ਨੂੰ ਦੱਸਣਾ ਚਾਹੁੰਦੀ ਪਰ ਦੱਸ ਨਾ ਸਕਦੀ। ਮਤਾ ਹੋਰ ਵੈਨ ਇੱਧਰ ਆਈ ਨਾ, ਕਿਤੇ ਉਹਦਾ ਸਕੂਲ ਹੀ ਨਾ ਬਦਲ ਦਿੱਤਾ ਜਾਏ। ਰੋਜ਼ ਕੌਣ ਜਾ ਸਕਦਾ ਸਕੂਲ ਛੱਡਣ? ਪਾਪਾ ਤਾਂ ਕਿੰਨਾ ਕੰਮ ਕਰਦੇ ਨੇ। ਉਹ ਤਾਂ ਰੋਜ਼ ਪੈਲੀ ਤੇ ਜਾਂਦੇ ਨੇ, ਸਾਰਾ ਦਿਨ ਵੱਟਾਂ ਤੇ ਫਿਰਦੇ, ਕਣਕਾਂ ਚੋਂ ਘਾਹ ਖੋਤਰਦੇ, ਪੈਲੀ ਨੂੰ ਪਾਣੀ ਦਿੰਦੇ, ਵੱਟਾਂ ਛਾਂਗਦੇ, ਕਿੰਨਾ ਥੱਕ ਜਾਂਦੇ ਪਾਪਾ। ਰਾਤ ਨੂੰ ਮੈਂ ਉਡੀਕ ਕਰ ਰਹੀ ਹੁੰਦੀ, ਰੋਟੀ ਖਾਣ ਤੋਂ ਬਾਅਦ ਮੰਜੇ ਤੇ ਲੇਟਣ ਤੇ ਮੈਂ ਉਹਨਾਂ ਦੀ ਮਾਲਿਸ਼ ਕਰਾਂ, ਪਰ ਉਹ ਮੇਰੇ ਤੋਂ ਮਾਲਿਸ਼ ਨਾ ਕਰਾਉਂਦੇ। ਪਤਾ ਨਹੀਂ ਕਿਉਂ। ਉਹ ਨਿੰਦਰ ਨੂੰ ਮਾਲਿਸ਼ ਕਰਨ ਲਈ ਕਹਿੰਦੇ, ਮੇਰੇ ਬਹੁਤ ਰਿਆੜ ਕਰਨ ਤੇ ਕਹਿੰਦੇ, ਚੱਲ ਤੂੰ ਮੈਨੂੰ ਲਤਾੜ ਦੇ, ਤੇ ਮੈਂ ਭੱਜ ਕੇ ਉਹਨਾਂ ਦੀਆਂ ਲੱਤਾਂ ਤੇ ਖਲੋ ਜਾਂਦੀ। ਲੱਤਾਂ ਲਤਾੜਦੀ ਮੈਂ ਡਿੱਗਣ ਲੱਗਦੀ ਤਾਂ ਪਾਪਾ ਆਪਣੀ ਉਂਗਲੀ ਉਤਾਂਹ ਕਰਕੇ ਮੇਰੇ ਵੱਲ, ਮੈਂ ਉਹਨਾਂ ਦੀ ਉਂਗਲੀ ਫੜ ਕੇ ਉਹਨਾਂ ਦੀਆਂ ਲੱਤਾਂ ਦੇ ਅੱਗੇ ਪਿੱਛੇ ਗੇੜੇ ਕੱਢੀ ਜਾਂਦੀ। ਬਿਜਾਈ ਵਢਾਈ ਦੇ ਦਿਨਾਂ 'ਚ ਤਾਂ ਉਹ ਘਰ ਨਾ ਆਉਂਦੇ। ਮੈਂ ਉਹਨਾਂ ਨੂੰ ਉਡੀਕਦੀ, ਪਤਾ ਨਹੀਂ ਕਦੋਂ ਸੌਂ ਜਾਂਦੀ। ਮੈਂ ਸੋਚਦੀ ਪਾਪਾ ਨੂੰ ਡਰ ਨਹੀਂ ਲੱਗਦਾ ਰਾਤ ਨੂੰ ਖੇਤਾਂ ਵਿੱਚ, ਪਰ ਪਾਪਾ ਡਰਦੇ ਹੀ ਨਹੀਂ ਸੀ। ਜੇ ਸਾਡੇ ਘਰ ਕਦੇ ਸੱਪ ਆ ਜਾਂਦਾ ਤਾਂ ਉਹ ਮਾਰਦੇ ਨਹੀਂ ਸੀ। ਸੱਪ ਜਿੱਧਰ ਨੂੰ ਜਾਂਦਾ ਅੱਗੇ ਸੁੱਟੀ ਦਿੰਦੇ ਉਹਦੇ ਮੂੰਹ ਦੇ, ਸੱਪ ਦੂਜੇ ਪਾਸੇ ਮੁੜ ਜਾਂਦਾ। ਇਸ ਤਰ੍ਹਾਂ ਮੋੜਦੇ ਮੋੜਦੇ ਉਹ ਸੱਪ ਨੂੰ ਬਾਹਰ ਕੱਢ ਦਿੰਦੇ ਤੇ ਬੜੇ ਪਿਆਰ ਨਾਲ ਪੋਲੇ ਜੇ। ਕਦੇ ਵੀ ਸੱਪ ਨੇ ਅਜਿਹਾ ਕਰਦੇ ਪਾਪਾ ਨੂੰ ਡੰਗਿਆ ਨਹੀਂ, ਨਾ ਹੀ ਫਣ ਚੁੱਕਿਆ ਸੀ। ਯਾਦ ਕਰਕੇ ਨੂਰ ਹੈਰਾਨ ਸੀ। ਬਚਪਨ 'ਚ ਪਿੰਡ 'ਚ ਹਲਕਿਆ ਕੁੱਤਾ ਆਇਆ ਸੀ। ਹਮੇਸ਼ਾ ਪਤਾ ਲੱਗ ਜਾਂਦਾ ਸੀ ਕਿ ਅੱਜ ਹਲਕੇ ਕੁੱਤੇ ਨੇ ਆਉਣਾ ਹੈ। ਸਾਰੇ ਪਿੰਡ 'ਚ ਸਵੇਰੇ ਪਤਾ ਲੱਗ ਜਾਂਦਾ ਕਿ ਅੱਜ ਹਲਕਾ ਕੁੱਤਾ ਆਏਗਾ। ਫਿਰ ਇਹ ਕਿਵੇਂ ਵਾਪਰ ਗਿਆ? ਉਹਨੂੰ ਹਲਕੇ ਇਨਸਾਨਾਂ ਦਾ ਕਿਵੇਂ ਨਾ ਪਤਾ ਲੱਗਾ? ਭਾਈ ਸਾਹਿਬ ਗੁਰਦੁਆਰੇ ਦੇ ਲਾਊਡ ਸਪੀਕਰ 'ਚ ਬੁਨਿਆਦੀ ਕਰ ਦਿੰਦੇ ਸਨ, ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਅੱਜ ਸ਼ਾਮ ਤੱਕ ਸਾਰੇ ਆਪਣੇ ਘਰਾਂ 'ਚ ਰਹਿਣ। ਲਾਗਲੇ ਪਿੰਡਾਂ 'ਚ ਹਲਕਾ ਕੁੱਤਾ ਫੇਰ ਵੇਖਿਆ ਗਿਆ। ਸਾਧ ਸੰਗਤ ਜੀ, ਬੇਨਤੀ ਹੈ ਕਿ ਕੋਈ ਵੀ ਆਪਣੇ ਘਰ 'ਚੋਂ ਬਾਹਰ ਨਾ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਿਆ ਸੀ ਕਿ ਹਲਕਾ ਕੁੱਤਾ ਸ਼ੇਰ ਵਰਗਾ ਹੈ, ਜੋ ਵੀ ਉਹਦੇ ਸਾਹਮਣੇ ਆ ਜਾਂਦਾ ਹੈ। ਕਦੇ ਬਚਿਆ ਨਹੀਂ। ਸਕੂਲਾਂ 'ਚ ਪੜ੍ਹਦੇ ਬੱਚੇ ਭੱਜ ਕੇ ਆਪੋ ਆਪਣੇ ਘਰ ਪਹੁੰਚਦੇ। ਨੂਰ ਦੀ ਵੈਨ ਮੋੜ ਤੇ ਖੜਦਿਆਂ ਹੀ ਉਹ ਪਹੇ ਤੇ ਭੱਜ ਲੈਂਦੀ। ਸਾਹੋ ਸਾਹ ਡਿੱਗਦੀ ਉੱਠਦੀ ਉਹ ਭੱਜ ਕੇ ਆਪਣੇ ਘਰ ਪਹੁੰਚਦੀ। ਉਹਨੂੰ ਬਾਰ-ਬਾਰ ਲੱਗਦਾ ਹਲਕਾ ਕੁੱਤਾ ਉਹਦੇ ਮਗਰ ਭੱਜ ਰਿਹਾ ਹੈ। ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕਦਾ ਤੇ ਕੰਬਦੀਆਂ ਲੱਤਾਂ ਤੁਰਨੋਂ ਅਸਮਰਥ ਲੱਗਦੀਆਂ। ਉਸ ਵੇਲੇ ਉਹਨੂੰ ਫੁੱਲ ਬੂਟੇ, ਹਰੇ ਭਰੇ ਖੇਤ ਸਭ ਭੁੱਲ ਜਾਂਦੇ। ਬਸ ਯਾਦ ਰਹਿੰਦੀ ਆਪਣੀ ਮਾਂ ਦੀ ਬੁੱਕਲ, ਜਿਸ 'ਚੋਂ ਭੱਜ ਕੇ ਵੜ ਜਾਣਾ ਚਾਹੁੰਦੀ। ਇੱਕ ਦਿਨ ਪਤਾ ਲੱਗਿਆ ਪਿੰਡ ਦੇ ਲੰਬੜਦਾਰਾਂ ਦੇ ਮੁੰਡੇ ਨੇ ਆਪਣੇ ਕੋਠੇ ਦੀ ਛੱਤ ਉੱਤੇ ਖਲੋ ਕੇ ਭੱਜੇ ਜਾਂਦੇ ਹਲਕੇ ਕੁੱਤੇ ਨੂੰ ਬੰਦੂਕ ਦੀ ਗੋਲੀ ਨਾਲ ਉਡਾ ਦਿੱਤਾ। ਸਾਰੇ ਪਿੰਡ ਨੇ ਸੁੱਖ ਦਾ ਸਾਹ ਲਿਆ ਸੀ। ਪਰ ਅੱਜ ਕਿਹੜਾ ਹਲਕਾ ਕੁੱਤਾ ਸੀ ਜਿਹਨੇ ਉਹਨੂੰ ਨੋਚ ਸੁੱਟਿਆ? ਹਾਂ, ਇਹ ਤਾਂ ਹਲਕਿਆ ਇਨਸਾਨ ਹੈ। ਇੱਕ ਨਹੀਂ, 2, 3, 4 ਤੇ ਉਹ ਖਿਲਾਰੀ ਜਾ ਰਹੀ ਸੀ। ਨੂਰ ਦਾ ਹੋਸ਼ ਗੁੰਮ ਗਿਆ। ਹਲਕੇ ਕੁੱਤੇ ਦੀ ਤਾਂ ਪਹਿਲਾਂ ਹੀ ਬੁਨਿਆਦੀ ਹੋ ਜਾਂਦੀ ਸੀ ਤੇ ਹਲਕੇ ਇਨਸਾਨ ਦਾ ਕਿਸੇ ਨੇ ਦੱਸਿਆ ਵੀ ਨਾ। ਬੂਟਾ ਤਾਂ ਮੇਰਾ ਵੀਰ ਲੱਗਦਾ ਸੀ, ਮੇਰੇ ਪਿੰਡ ਦਾ, ਮੇਰਾ ਭਰਾ। ਹਾਂ, ਪਰ ਭਾਵੇਂ ਮੇਰੇ ਪਿੰਡ ਦਾ ਭਰਾ, ਪਰ ਹੈਗਾ ਤਾਂ ਹਲਕਿਆ। ਇਹ ਸਾਰੇ ਹਲਕ ਗਏ ਨੇ। ਇਹਨਾਂ ਦੇ ਮੂੰਹ ਨੂੰ ਜ਼ਹਿਰ ਲੱਗ ਗਿਆ ਹੈ, ਅਜਿਹਾ ਜ਼ਹਿਰ ਜਿਸ ਨੇ ਇਹਨਾਂ ਨੂੰ ਸ਼ੈਤਾਨ ਬਣਾ ਦਿੱਤਾ ਹੈ। ਇਹ ਹੁਣ ਇਨਸਾਨਾਂ ਨਾਲ ਰਹਿਣ ਦੇ ਕਾਬਿਲ ਨਹੀਂ ਰਹੇ। ਹਲਕਾ ਕੁੱਤਾ ਤੇ ਸ਼ਰੇਆਮ ਘੁੰਮਦਾ ਸੀ ਹਲਕ ਕੇ। ਇਹ ਤਾਂ ਆਪਣਾ ਸ਼ੈਤਾਨੀ ਦਿਮਾਗ ਲੁਕੋ ਕੇ ਰੱਖਦੇ ਨੇ। ਨਹੀਂ, ਇਹਨਾਂ ਨੂੰ ਸ਼ੈਤਾਨ ਕਹਿਣਾ ਵੀ ਗਲਤ ਹੈ। ਸ਼ੈਤਾਨ ਵੀ ਆਪਣੀ ਧੀ ਭੈਣ ਤਾਂ ਛੱਡ ਹੀ ਦਿੰਦਾ ਹੈ। ਹਾਂ, ਮੈਂ ਸੁਣਿਆ ਤਾਂ ਹੈ, ਚੁੜੇਲ ਵੀ 7 ਘਰ ਛੱਡ ਕੇ ਵਾਰ ਕਰਦੀ ਏ। ਉਹ 7 ਘਰ ਉਸਦੇ ਹੁੰਦੇ ਨੇ, ਉਹਦੇ ਆਪਣਿਆਂ ਦੇ। ਫਿਰ ਇਹ ਕੌਣ ਨੇ? ਇਹ ਆਪਣਿਆਂ ਨੂੰ ਹੀ ਖਾਂਦੇ ਨੇ। ਇਹਨਾਂ ਨੂੰ ਵੀ ਗੋਲੀ ਨਾਲ ਉਡਾ ਦੇਣਾ ਚਾਹੀਦਾ ਹੈ। ਹਾਂ, ਇਹਨਾਂ ਦੇ ਮੂੰਹ ਨੂੰ ਜ਼ਹਿਰ ਲੱਗ ਚੁੱਕਿਆ ਹੈ। ਹੁਣ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ, ਸ਼ਰੇਆਮ ਮਾਰਨੀ ਚਾਹੀਦੀ ਹੈ, ਸਾਰੇ ਪਿੰਡ ਸਾਹਮਣੇ, ਸਾਰੀ ਦੁਨੀਆ ਸਾਹਮਣੇ। ਫਿਰ ਆਪਣੇ ਦਿਮਾਗ 'ਚੋਂ ਕੂੜਾ ਸਾਫ਼ ਕਰਦੇ ਰਹਿਣਗੇ। ਆਪਣੇ ਆਪ ਨਹੀਂ ਤਾਂ ਫਿਰ ਡਰ ਨਾਲ ਸਹੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ੋਰ ਲਾ ਕੇ ਸੁਧਾਰ ਕਰਕੇ ਗਏ ਸੀ। ਉਹਨਾਂ ਤੋਂ ਬਾਅਦ ਕਿੰਨੇ ਗੁਰੂ ਪੀਰ ਦੇਵਤੇ ਆਏ। ਸਭ ਦੀਆਂ ਸਿੱਖਿਆਵਾਂ ਪਈਆਂ ਨੇ, ਰਹਿੰਦੀ ਦੁਨੀਆ ਤੱਕ ਰਹਿਣਗੀਆਂ, ਪਰ ਇਹਨਾਂ 'ਤੇ ਅਸਰ ਹੋਣੋਂ ਬੰਦ ਹੋ ਗਿਆ ਹੈ। ਹਾਂ, ਹੁਣ ਗੋਲੀ ਮਾਰ ਦੇਣੀ ਚਾਹੀਦੀ ਹੈ। ਹਾਏ, ਉਹਦੀ ਚੀਕ ਫਿਰ ਬੁੱਲ੍ਹਾਂ 'ਚ ਹੀ ਦਬ ਗਈ। ਉਹਦੀ ਸੋਚ ਖੇਤਾਂ 'ਚ ਘੁੰਮ ਰਹੀ ਸੀ। ਕਿੰਨਾ ਚੰਗਾ ਲੱਗਦਾ ਸੀ ਉਹਨੂੰ ਖੇਤਾਂ ਵੱਲ ਜਾਣਾ।
ਸ਼ਾਮ ਨੂੰ ਸੂਰਜ ਥੋੜਾ ਥੋੜਾ ਡੁੱਬ ਰਿਹਾ ਹੁੰਦਾ ਤਾਂ ਉਹ ਖੇਤਾਂ ਵੱਲ ਦੌੜ ਜਾਂਦੀ। ਘਰ ਤੋਂ ਸਿੱਧਾ ਪਹਾ ਦੂਰ ਗੰਨੇ ਦੇ ਖੇਤਾਂ 'ਚ ਜਾ ਕੇ ਮੁੱਕਦਾ ਸੀ। ਚਾਚੇ ਤਾਏ ਦੀਆਂ ਕੁੜੀਆਂ ਅਜੇ ਸਬਜ਼ੀ ਭਾਜੀ ਦਾ ਆਰ ਕਰਨ ਲੱਗਦੀਆਂ ਸੀ, ਪਰ ਉਹ ਆਪਣੇ ਚੌਂਕੇ ਦਾ ਕੰਮ ਮੁਕਾ ਕੇ ਖੇਤਾਂ 'ਚ ਡੁੱਬਦੇ ਸੂਰਜ ਨੂੰ ਤੱਕਣ ਭੱਜ ਲੈਂਦੀ। ਇੱਕ ਦਿਨ ਉਹ ਕਾਲੀ ਕਾਲੀ ਤੁਰੀ ਜਾ ਰਹੀ ਸੀ, ਸਫੈਦਿਆਂ ਨੂੰ ਹੱਥ ਲਾਉਂਦੀ, ਝੂਮਦੀ, ਮਿੱਟੀ 'ਚ ਪੈੜਾਂ ਛਾਪਦੀ, ਵਗਦੀ ਖਾਲ ਦੇ ਪਾਣੀ 'ਚ ਹੱਥ ਮਾਰਦੀ, ਗੁਣਗੁਣਾਉਂਦੀ। ਅਚਾਨਕ ਉਹਦੇ ਪੈਰ ਰੁਕ ਗਏ। ਗੰਨੇ ਦੇ ਖੇਤ ਦੇ ਬਾਹਰ ਪਹੇ ਤੇ ਉਹਨੂੰ ਚਿੱਟੇ ਕੱਪੜਿਆਂ ਵਾਲਾ ਕੋਈ ਤੁਰਿਆ ਜਾਂਦਾ ਦਿਸਿਆ। ਉਹਨੂੰ ਡਰ ਜਿਹਾ ਲੱਗਿਆ। ਉਹਨੇ ਪਿੱਛੇ ਭੌਂ ਕੇ ਵੇਖਿਆ, ਘਰਾਂ ਵੱਲੋਂ ਵੀ ਕੋਈ ਨਹੀਂ ਆ ਰਿਹਾ ਸੀ। ਜਦੋਂ ਦੁਬਾਰਾ ਉਹਨੇ ਡਰਦੇ ਡਰਦੇ ਗੰਨੇ ਦੇ ਖੇਤ ਵਾਲੇ ਪਹੇ ਤੇ ਨਜ਼ਰ ਮਾਰੀ ਤਾਂ ਉਹ ਚਿੱਟੇ ਕੱਪੜਿਆਂ ਵਾਲਾ ਬੰਦਾ ਉੱਥੇ ਨਹੀਂ ਸੀ। ਉਹਦੀਆਂ ਲੱਤਾਂ ਕੰਬ ਗਈਆਂ ਸੀ। ਛੇਤੀ ਕਿਤੇ ਉਹ ਡਰਦੀ ਨਹੀਂ ਸੀ, ਪਰ ਇਹ ਤਾਂ ਉਹਨੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਉਹਦੇ ਕਦਮ ਰੁਕ ਗਏ। ਗੰਨੇ ਦੇ ਖੇਤ ਤੱਕ ਪੁੱਜਣ ਦੀ ਹਸਰਤ ਦਿਲ 'ਚ ਲੈ ਕੇ ਉਹ ਵਾਪਸ ਮੁੜ ਪਈ। ਘਰ ਆ ਕੇ ਉਹਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਮਾਂ ਨੇ ਕਿਹਾ, ਪੁੱਤ, ਕਈ ਵਾਰ ਅੱਖਾਂ ਨੂੰ ਭੁਲੇਖਾ ਲੱਗ ਜਾਂਦਾ ਹੈ। ਜਦੋਂ ਕਦੀ ਇਸ ਤਰ੍ਹਾਂ ਡਰ ਲੱਗੇ ਤਾਂ ਤਾਤੀ ਵਾਉਣਾ ਦਾ ਪਾਠ ਕਰ ਲਿਆ ਕਰ। ਉਂਝ ਤਾਂ ਭੂਤ ਪ੍ਰੇਤ ਕੁਛ ਨਹੀਂ ਹੁੰਦੇ, ਪਰ ਜੇ ਹੋਣ ਵੀ ਤਾਂ ਉਹ ਤਾਂ ਵਿਚਾਰੇ ਆਪਣਾ ਹੀ ਪਰਛਾਵਾਂ ਨੇ। ਪੁੱਤਰ, ਇਹ ਤਾਂ ਆਪ ਭਟਕਦੇ ਫਿਰਦੇ ਨੇ, ਸਾਨੂੰ ਕੀ ਆਖਣਗੇ। ਇਨਸਾਨ ਤਾਂ ਜਿਉਂਦਾ ਹੀ ਮਾੜਾ ਹੈ, ਮਰੇ ਨੇ ਕਿਹੜਾ ਪੱਥਰ ਮਾਰ ਦੇਣਾ ਹੋਇਆ। ਪਰ ਮਾਂ ਦੇ ਇੰਨਾ ਸਮਝਾਉਣ ਤੇ ਵੀ ਉਹਦਾ ਮਨ ਖਿੜਿਆ ਨਹੀਂ ਸੀ। ਉਹ ਆਪਣੀ ਜਮਾਤ ਦੇ ਮੁੰਡੇ ਕੁੜੀਆਂ ਤੋਂ ਡਰਾਉਣੀਆਂ ਫਿਲਮਾਂ ਦੇ ਸੀਨ ਸੁਣ ਚੁੱਕੀ ਸੀ ਕਈ ਵਾਰ। ਕਿਵੇਂ ਹਨੇਰੇ 'ਚ ਭੂਤ ਨੇ ਹੀਰੋਇਨ ਨੂੰ ਫੜ ਲਿਆ ਸੀ। ਇੱਕ ਵਾਰ ਹੀਰੋਇਨ ਕਿਸੇ ਸੁੰਨੇ ਰਾਹ ਤੇ ਜਾ ਰਹੀ ਸੀ ਇਕੱਲੀ। ਕਿਵੇਂ ਇੱਕਦਮ ਭੂਤ ਸਾਹਮਣੇ ਆ ਗਿਆ ਤੇ ਉਹਨੂੰ ਚਿੰਬੜ ਗਿਆ। ਸੋਚ ਕੇ ਉਹਦਾ ਤਰਾਹ ਨਿਕਲ ਜਾਂਦਾ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਉਹਨੂੰ ਵਾਰੋ ਵਾਰੀ ਖਿਆਲ ਆਉਂਦੇ, ਜੇ ਭੂਤ ਉਹਨੂੰ ਫੜ ਲੈਂਦਾ, ਜੇ ਉਹਨੂੰ ਚਿੰਬੜ ਜਾਂਦਾ, ਜੇ ਇਹ ਕੀ। ਉਹ ਡਰ ਤਾਂ ਅੱਜ ਸੱਚ ਹੋ ਗਿਆ। ਪਰ ਨਹੀਂ, ਇਹ ਭੂਤ ਨਹੀਂ, ਇਹ ਤਾਂ ਇਨਸਾਨ ਸੀ। ਜੇ ਭੂਤ ਫੜ ਵੀ ਲੈਂਦਾ, ਵੱਧ ਤੋਂ ਵੱਧ ਉਹਨੂੰ ਮਾਰ ਹੀ ਦਿੰਦਾ, ਇਸ ਤੋਂ ਜ਼ਿਆਦਾ ਕੀ। ਪਰ ਅੱਜ ਤਾਂ ਉਹਨੂੰ ਕੋਹ ਕੇ ਖਾਧਾ ਗਿਆ। ਉਹ ਲੀਰਾਂ ਲੀਰਾਂ ਕਰ ਦਿੱਤੀ ਗਈ। ਭੂਤ ਇੰਜ ਨਹੀਂ ਸੀ ਕਰ ਸਕਦਾ। ਨਹੀਂ, ਨੂਰ ਨੂੰ ਗਸ਼ ਪੈ ਗਿਆ। ਭੀ ਕੰਨਾਂ 'ਚ ਗੂੰਜ ਰਹੀ ਆਵਾਜ਼ ਨੇ ਨੂਰ ਦਾ ਹੋਸ਼ ਵਾਪਸ ਲੈ ਆਂਦਾ। ਇੰਨੀਆਂ ਗੰਦੀਆਂ ਮੱਖੀਆਂ। ਕਦੇ ਮੱਖੀ ਉਹ ਘਰ ਵੇਖ ਲੈਂਦੀ ਸੀ ਤਾਂ ਜਦੋਂ ਤੱਕ ਉਹਨੂੰ ਮਾਰ ਨਾ ਦਿੰਦੀ ਜਾਂ ਬਾਹਰ ਨਾ ਭਜਾ ਦਿੰਦੀ ਤਾਂ ਚੈਨ ਨਾਲ ਨਹੀਂ ਬੈਠਦੀ ਸੀ। ਇਹ ਕਿੰਨੀਆਂ ਸਾਰੀਆਂ ਮੱਖੀਆਂ ਉਹਦੇ ਮੂੰਹ, ਅੱਖਾਂ, ਬੁੱਲਾਂ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਰਹੀਆਂ ਸਨ। ਨੂਰ ਨੂੰ ਝੁੰਝਣੀ ਜੀ ਆ ਗਈ। ਉਹਦੇ ਲਹੂ ਲੁਹਾਨ ਸਰੀਰ ਦੇ ਲੂੰ ਕੰਡੇ ਖੜੇ ਹੋ ਗਏ। ਕਿੰਨੀ ਨਫ਼ਰਤ ਸੀ ਉਹਨੂੰ ਗੰਦਗੀ ਤੋਂ। ਉਹਦੀ ਮਾਂ ਨੇ ਕਦੀ ਇੱਕ ਦਿਨ ਪਾਇਆ ਹੋਇਆ ਕੱਪੜਾ ਉਹਨੂੰ ਦੂਜੇ ਦਿਨ ਨਹੀਂ ਸੀ ਪਾਇਆ। ਘਰ ਛੋਟਾ ਸੀ ਪਰ ਸਾਫ਼ ਸੁਥਰਾ। 3 ਕਮਰੇ, ਛੋਟੀ ਜਿਹੀ ਲੌਬੀ, ਇੱਕ ਪਾਸੇ ਸਾਫ਼ ਸੁਥਰਾ ਕਿਚਨ। ਛੋਟਾ ਘਰ ਪਰ ਸ਼ਹਿਰੀ ਢੰਗ ਨਾਲ ਬਣਿਆ ਹੋਇਆ। ਕਿਚਨ ਦੇ ਨਾਲ ਮੇਨ ਦਰਵਾਜ਼ਾ ਤੇ ਉਹਦੇ ਬਾਹਰ ਗੈਰੇਜ। ਇੱਕ ਪਾਸੇ ਛੋਟੀ ਜਿਹੀ ਫੁੱਲਾਂ ਦੀ ਕਿਆਰੀ। ਗੁਲਾਬ ਦਾ ਬੂਟਾ ਕਿੰਨਾ ਪੁਰਾਣਾ ਸੀ ਉਸ ਕਿਆਰੀ ਵਿੱਚ। ਨੂਰ ਨੂੰ ਯਾਦ ਆ ਰਿਹਾ ਸੀ, ਜਦੋਂ ਬਾਰਿਸ਼ ਆਉਂਦੀ ਤਾਂ ਉਹ ਕਿੰਨਾ ਚਿਰ ਉਸ ਕਿਆਰੀ ਵਿੱਚ ਅਸਮਾਨ ਵੱਲ ਮੂੰਹ ਕਰਕੇ ਖੜੀ ਰਹਿੰਦੀ। ਬਾਰਿਸ਼ ਦੀ ਬੂੰਦ ਮੂੰਹ 'ਚ ਪੈਂਦੀ ਤਾਂ ਉਹ ਚਿਪ ਚਿਪ ਕਰਕੇ ਪੀ ਲੈਂਦੀ। ਬਾਹਾਂ ਖੋਲ੍ਹ ਕੇ ਅਸਮਾਨ ਵੱਲ ਫੈਲਾ ਕੇ ਲੱਗਦਾ ਜਿਵੇਂ ਅਸਮਾਨ ਨੇ ਉਹਨੂੰ ਗਲ ਨਾਲ ਲਾ ਲਿਆ ਹੋਵੇ। ਮੀਂਹ ਨਾਲ ਕੁਝ ਜ਼ਿਆਦਾ ਹੀ ਲਗਾ ਸੀ ਉਹਦਾ। ਸਾਉਣ ਦੇ ਮਹੀਨੇ ਦੀ ਉਡੀਕ ਬਚਪਨ ਤੋਂ ਹੀ ਸੀ। ਨਿੱਕੀ ਜਿਹੀ ਸੀ ਜਦੋਂ ਪਾਪਾ ਨੇ ਕਿਤੋਂ ਮਹਿੰਦੀ ਦਾ ਬੂਟਾ ਲਿਆ ਕੇ ਬਾਹਰਲੇ ਖੇਤਾਂ ਦੀਆਂ ਵਾੜਾਂ 'ਚ ਲਾ ਦਿੱਤਾ ਸੀ। ਮੇਰੇ ਵੱਡੇ ਹੋਣ ਦੇ ਨਾਲ ਨਾਲ ਬੂਟਾ ਵੀ ਵੱਡਾ ਹੁੰਦਾ ਗਿਆ। ਹਰ ਸਾਲ ਮਹਿੰਦੀ ਦੇ ਪੱਤੇ ਤੋੜ ਕੇ ਸੁਕਾ ਲੈਣੇ, ਫਿਰ ਕੁੰਡੀ ਸੋਟੇ ਨਾਲ ਘੋਟ ਕੇ ਲੋਹੇ ਦੇ ਭਾਂਡੇ 'ਚ ਭਿਉਂ ਦਿੰਦੀ। ਸਾਰੀ ਰਾਤ ਭਿਉਂ ਕੇ ਦੂਸਰੇ ਦਿਨ ਸਕੂਲੋਂ ਆ ਕੇ ਮਹਿੰਦੀ ਲਾਉਂਦੀ। ਕਿੰਨੀ ਗੂੜੀ ਮਹਿੰਦੀ ਚੜ੍ਹਦੀ ਉਹਨੂੰ। ਤਾਏ ਦੀ ਕੁੜੀ ਕਿਹਾ ਕਰਦੀ ਸੀ, ਨੀ ਨੂਰਾ, ਤੇਰੀ ਸੱਸ ਤੈਨੂੰ ਬੜਾ ਪਿਆਰ ਕਰੇਗੀ। ਇੱਕ ਦਿਨ ਉਹਨੇ ਇਹ ਗੱਲ ਆਪਣੀ ਮਾਂ ਨੂੰ ਜਾ ਕੇ ਦੱਸ ਦਿੱਤੀ। ਕਿੰਨਾ ਲੜੀ ਸੀ ਮੰਮੀ ਉਹਦੇ ਨਾਲ। ਕਹਿੰਦੀ, ਪਹਿਲਾਂ ਪੜ੍ਹ ਲਿਖ ਲੈ, ਵਿਆਹ ਤਾਂ ਹੋ ਹੀ ਜਾਣਾ। ਅਜੇ ਨਹੀਂ ਵਿਆਹ ਬਾਰੇ ਸੋਚਣਾ ਮੇਰੇ ਪੁੱਤ ਨੇ। ਮੇਰਾ ਨੂਰ ਤਾਂ ਡਾਕਟਰ ਬਣੂਗਾ। ਸੁਣ ਕੇ ਉਹਦੀ ਹਿੰਮਤ ਜਿਹੀ ਆ ਜਾਂਦੀ ਸੀ ਜ਼ਿੰਦਗੀ 'ਚ ਕੁਝ ਕਰ ਦਿਖਾਉਣ ਦੀ। ਉਹਦੀ ਆਜ਼ਾਦ ਸੋਚ ਦੇ ਪਿੱਛੇ ਮਾਂ ਦਾ ਹੀ ਤਾਂ ਹੱਥ ਸੀ। ਨਹੀਂ ਤਾਂ ਛੋਟੇ ਜਿਹੇ ਪਿੰਡ ਦੇ ਬਾਰ-ਬਾਰ ਡੇਰੇ ਤੋਂ ਉੱਠ ਕੇ ਸ਼ਹਿਰ ਦੇ ਕਨਵੈਂਟ ਸਕੂਲ 'ਚ ਰੋਜ਼ ਪੜ੍ਹਨ ਜਾਣ ਦੀ ਹਿੰਮਤ ਕਿਵੇਂ ਕਰਦੀ। ਪਿੰਡਾਂ ਦੀ ਵਿਹਲੀ ਮੁੰਡੀਰ ਤਾਂ ਮੋੜਾਂ ਤੇ ਖੜ ਕੇ ਤਾੜਦੀ ਸੀ। ਕਈ ਨਸ਼ੇੜੀ ਤਾਂ ਨਾ ਬੁੱਢੀ ਵੇਖਦੇ, ਨਾ ਜਵਾਨ ਤੇ ਨਾ ਬੱਚੀ।
ਬਸ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖਦੇ ਰਹਿੰਦੇ। ਕੋਲੋਂ ਲੰਘਦੇ ਬੜਾ ਕੁਝ ਸੁਣਨ ਨੂੰ ਮਿਲਦਾ। ਹਾਏ ਮਾਂ ਦੀ ਚਿੱਟੀ ਕਬੂਤਰੀ, ਆਜੋ ਸੋਹਣਿਓ, ਸਾਡੀ ਚੋਗ ਵੀ ਚੁੱਕ ਕੇ ਵੇਖ ਲਓ, ਸਾਡੇ ਨਾਲ ਆਕਾਸ਼ 'ਚ ਇੱਕ ਉਡਾਰੀ ਲਾ ਲਓ, ਆਓ ਮਾਲਕੋ ਤੁਹਾਨੂੰ ਸੁਰਗਾਂ ਦਾ ਝੂਟਾ ਦੇ ਦਈਏ। ਕੋਈ ਹੋਰ ਬੋਲਦਾ, ਹਾਏ ਓਏ ਕੂਲੇ ਜੇ ਖੰਭਾਂ ਵਾਲੀ ਸੋਹਣੀ ਚਿੱਟੀ ਕਬੂਤਰੀ, ਇਹਦੇ ਪੈਰਾਂ 'ਚ ਤਾਂ ਝਾਂਜਰ ਪਾ ਕੇ ਹੀ ਸਾਹ ਲਵਾਂਗੇ। ਹਾਏ ਮਰ ਜਾਣੀ, ਮਾਂ ਦੀ ਇਹ ਚਿੱਟੀ ਕਬੂਤਰੀ, ਕਦੇ ਸਾਡੀ ਛੱਤ ਤੇ ਵੀ ਫੇਰਾ ਪਾਈ, ਉਡੀਕਾਂਗੇ। ਮਾਂ ਰੋਜ਼ ਸਮਝਾਉਂਦੀ, ਪੁੱਤ ਕਿਸੇ ਵੱਲ ਧਿਆਨ ਨਹੀਂ ਦੇਈਦਾ, ਕੁੱਤੇ ਭੌਂਕਦੇ ਰਹਿੰਦੇ ਨੇ, ਹਾਥੀ ਲੰਘ ਜਾਂਦਾ ਤੇ ਅੱਜ ਕੁੱਤਿਆਂ ਨੇ ਹਾਥੀ ਖਾ ਹੀ ਲਿਆ। ਹਾਏ ਨੀ ਅੰਬੜੀਏ, ਵੇਖ ਕੁੱਤਿਆਂ ਨੇ ਹਾਥੀ ਖਾ ਲਿਆ, ਪਾਗਲ ਕੁੱਤਿਆਂ ਨੇ। ਨੂਰ ਦੀਆਂ ਅੱਧ ਬੇਹੋਸ਼ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਪਾਸਿਆਂ ਨੂੰ ਡੁੱਲ ਗਈਆਂ। ਜੇ ਕਦੇ ਮਾਂ ਰੋਂਦੀ ਨੂੰ ਵੇਖ ਲੈਂਦੀ ਤਾਂ ਕਿੰਨਾ ਝਿੜਕਦੀ, ਅਸੀਂ ਕਿਉਂ ਰੋਈਏ ਸੁੱਖੀ ਸਾਂਦੀ, ਐਵੇਂ ਨਹੀਂ ਅੱਖਾਂ ਮੈਲੀਆਂ ਕਰੀਦੀਆਂ। ਜੇ ਕਦੀ ਉਹਦੇ ਗੁਲਾਬ ਦੇ ਬੂਟੇ ਤੋਂ ਫੁੱਲ ਕਿਰ ਜਾਂਦਾ ਆਪਣੇ ਆਪ ਜਾਂ ਹਨੇਰੀ ਨਾਲ, ਉਹ ਮਾਂ ਤੋਂ ਚੋਰੀ ਚੋਰੀ ਕਿੰਨਾ ਰੋਂਦੀ ਸੀ। ਮਾਂ ਪੁੱਛਦੀ, ਤੇਰੀਆਂ ਅੱਖਾਂ ਕਿਉਂ ਲਾਲ ਨੇ, ਇੰਨਾ ਵੀ ਨਾ ਪੜਿਆ ਕਰ, ਕਮਲੀ ਨਾ ਹੋ ਜੀ ਕਿਤੇ ਪੜ ਕੇ। ਤੇ ਫਿਰ ਉਹਨੂੰ ਮਾਂ ਦੀ ਇਸ ਗੱਲ ਤੇ ਹਾਸਾ ਆ ਜਾਂਦਾ। ਕਿੰਨੀ ਭੋਲੀ ਸੀ ਮਾਂ, ਮੈਨੂੰ ਤਾਂ ਜ਼ਰਾ ਵੀ ਤਕਲੀਫ 'ਚ ਨਹੀਂ ਸੀ ਵੇਖ ਸਕਦੀ। ਹਾਏ ਮੇਰੀ ਮਾਂ ਦਾ ਕੀ ਹਾਲ ਹੋਏਗਾ, ਹਾਏ ਉਹ ਮੈਨੂੰ ਇਸ ਹਾਲ 'ਚ ਕਿਵੇਂ ਵੇਖੇਗੀ। ਮਾਂ ਨਹੀਂ ਵੇਖ ਸਕੇਗੀ। ਨੂਰ ਦੀਆਂ ਅੱਧ ਖੁੱਲੀਆਂ ਅੱਖਾਂ 'ਚੋਂ ਪਾਣੀ ਦੀਆਂ ਧਾਰਾਂ ਦੋਹੀਂ ਪਾਸੀਂ ਵਹਿ ਤੁਰੀਆਂ। ਬਿੱਲੀਆਂ ਦੇ ਕੁੱਤੇ ਪਾਲਣਾ ਕਿੰਨਾ ਚੰਗਾ ਲੱਗਦਾ ਸੀ ਉਹਨੂੰ। ਡੱਬ ਖੜੱਬੀ ਬਿੱਲੀ ਨੇ ਜਦ ਬਲੂੰਗੜੇ ਦਿੱਤੇ ਤਾਂ ਉਹ ਕਿੰਨੀ ਖੁਸ਼ ਹੋਈ ਸੀ। ਉਹਨਾਂ ਲਈ ਇੱਕ ਅਲੱਗ ਵੱਡਾ ਸਾਰਾ ਬਾਟਾ ਰੱਖਿਆ ਸੀ ਦੁੱਧ ਪਾਉਣ ਲਈ। ਜਦੋਂ ਦੁੱਧ ਪਾਉਂਦੀ ਤਾਂ ਬਿੱਲੀ ਤੇ ਉਹਦੇ ਬਲੂੰਗੜੇ ਭੱਜ ਕੇ ਬਾਟੇ 'ਚ ਮੂੰਹ ਪਾ ਦਿੰਦੇ। ਉਹ ਕੋਲ ਬੈਠੀ ਉਹਨਾਂ ਨੂੰ ਦੁੱਧ ਪੀਂਦੇ ਵੇਖਦੀ ਰਹਿੰਦੀ। ਸਵੇਰੇ ਸ਼ਾਮ ਜਦੋਂ ਦੁੱਧ ਪੀਣ ਦਾ ਟਾਈਮ ਹੁੰਦਾ ਤਾਂ ਆਪ ਹੀ ਆ ਕੇ ਬਾਟੇ ਕੋਲ ਖਲੋ ਜਾਂਦੇ। ਜਦੋਂ ਦੁੱਧ ਪੀਣ ਤੋਂ ਬਾਅਦ ਇੱਕ ਦੂਜੇ ਨਾਲ ਚੌੜਾਂ ਕਰਦੇ, ਖੇਡਦੇ, ਇੱਧਰ ਉੱਧਰ ਭੱਜਦੇ ਤਾਂ ਅੰਦਰ ਹੀ ਅੰਦਰ ਮੁਸਕਰਾਉਂਦੀ ਰਹਿੰਦੀ। ਇੱਕ ਦਿਨ ਦੋ ਬਲੂੰਗੜੇ ਲੜਦੇ ਲੜਦੇ ਬਾਹਰ ਨੂੰ ਭੱਜ ਗਏ ਸੀ। ਉਹ ਕਿੰਨਾ ਭੱਜੀ ਸੀ ਉਹਨਾਂ ਮਗਰ, ਉਹਨਾਂ ਨੂੰ ਪਿੱਛੇ ਮੋੜਨ ਲਈ, ਪਰ ਉਹ ਹੋਰ ਅੱਗੇ ਭੱਜਦੇ ਗਏ। ਬਿੱਲੀ ਵੀ ਮਿਆਉਂ ਮਿਆਉਂ ਕਰਦੀ ਮਗਰ ਭੱਜ ਰਹੀ ਸੀ। ਬਾਹਰ ਵੱਲ ਪਏ ਤੇ ਜਾ ਕੇ ਕੁੱਤੇ ਉਹਨਾਂ ਦੇ ਮਗਰ ਲੱਗ ਗਏ। ਪਹੇ ਤੋਂ ਪਰਲੇ ਪਾਸੇ ਇੱਕ ਖੂਹ ਸੀ ਜਿਹਦੇ ਆਲੇ ਦੁਆਲੇ ਸੰਘਣੀਆਂ ਝਾੜੀਆਂ ਸਨ। ਬਲੂੰਗੜੇ ਭੱਜ ਕੇ ਝਾੜੀਆਂ 'ਚ ਵੜੇ ਤਾਂ ਖੂਹ 'ਚ ਡਿੱਗ ਪਏ। ਮਗਰੋਂ ਤੀਜਾ ਬਲੂੰਗੜਾ ਤੇ ਉਹਨਾਂ ਨੂੰ ਲੱਭਦੀ ਬਿੱਲੀ ਵੀ ਉਹਨਾਂ ਦੇ ਪਿੱਛੇ ਖੂਹ 'ਚ ਡਿੱਗ ਪਈ। ਉਹ ਕਿੰਨਾ ਚਿਰ ਖੂਹ ਦੀ ਕੰਧ ਦੇ ਕੋਲ ਖੜੋ ਕੇ ਰੌਲਾ ਪਾਉਂਦੀ ਰਹੀ, ਪਰ ਉਹਨਾਂ ਨੂੰ ਕੱਢ ਨਾ ਸਕੀ। ਜਦੋਂ ਘਰ ਆ ਕੇ ਮਾਂ ਨੂੰ ਦੱਸਿਆ ਤਾਂ ਮੰਮੀ ਨੇ ਕਿੰਨਾ ਡਾਂਟਿਆ ਸੀ, ਤੈਨੂੰ ਕੀ ਲੋੜ ਸੀ ਉਹਨਾਂ ਦੇ ਮਗਰ ਜਾਣ ਦੀ, ਜਾਨਵਰ ਨੇ ਤਾਂ ਇੱਕ ਦਿਨ ਭੱਜ ਹੀ ਜਾਣਾ ਹੁੰਦਾ, ਜੇ ਤੂੰ ਭੁਲੇਖੇ ਨਾਲ ਝਾੜੀਆਂ 'ਚ ਵੜ ਜਾਂਦੀ ਫੇਰ, ਪੁੱਠੇ ਕੰਮ ਨਾ ਕਰਿਆ ਕਰ। ਪਰ ਉਹਨੂੰ ਕਿੰਨੇ ਦਿਨ ਨੀਂਦ ਨਹੀਂ ਸੀ ਆਈ। ਉਸ ਦਿਨ ਤੋਂ ਬਾਅਦ ਮਹੀਨਿਆਂ ਤੱਕ ਜਦੋਂ ਵੀ ਉਹ ਪਹੇ ਤੋਂ ਖੂਹ ਕੋਲੋਂ ਲੰਘਦੀ ਤਾਂ ਉਹਨੂੰ ਬਿੱਲੀ ਤੇ ਬਲੂੰਗੜਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ। ਰਾਤ ਨੂੰ ਸੁਪਨੇ ਵਿੱਚ ਵੀ ਉਹਨਾਂ ਦੀ ਮਿਆਉਂ ਮਿਆਉਂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ, ਜਿਵੇਂ ਉਹ ਉਸ ਦੀਆਂ ਮਿੰਨਤਾਂ ਕਰ ਰਹੇ ਹੁਣ ਸਾਨੂੰ ਬਾਹਰ ਕੱਢ ਲੈ। ਫਿਰ ਉਹ ਖੂਹ ਕੋਲੋਂ ਲੰਘਦੀ ਡਰਨ ਲੱਗ ਪਈ ਸੀ। ਚਾਚੀ ਦੀ ਕੁੜੀ ਨੇ ਕਿਹਾ ਸੀ, ਇੰਜ ਮਰੀਆਂ ਬਿੱਲੀਆਂ ਭੂਤ ਬਣ ਕੇ ਚਿੰਬੜਦੀਆਂ ਨੇ ਤੇ ਖੂਹ ਕੋਲੋਂ ਲੰਘਦੇ ਉਹਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ। ਉਹ ਭੱਜ ਕੇ ਖੂਹ ਕੋਲੋਂ ਟੱਪਦੀ ਪਿੰਡ ਦੇ ਮੋੜ ਤੇ ਵੈਨ ਕੋਲ ਪਹੁੰਚ ਜਾਂਦੀ ਸੀ। ਹਾਏ ਮੇਰਾ ਪਿੰਡ ਕਿੱਥੇ ਰਹਿ ਗਿਆ, ਪਿੰਡ ਯਾਦ ਆਉਂਦੇ ਹੀ ਨੂਰ ਦੀ ਚੀਕ ਨਿਕਲ ਗਈ, ਪਰ ਚੀਕ ਸੰਗ 'ਚੋਂ ਬਾਹਰ ਨਾ ਨਿਕਲ ਸਕੀ, ਅੰਦਰ ਕਿਤੇ ਘੁੰਮਦੀ ਰਹੀ। ਦਿਮਾਗ ਫਿਰ ਸੋਚਾਂ 'ਚ ਘੁੰਮ ਗਿਆ। ਉਹਦੇ ਪਿੰਡ, ਉਹਦੇ ਸੋਹਣੇ ਪਿੰਡ ਗਿੱਲਾਂ ਵਾਲੀ, ਕਿੰਨਾ ਵੱਡਾ ਪਿੰਡ ਸੀ। ਬਹੁਤੇ ਗਿੱਲ ਤੇ ਸੰਧੂਆਂ ਦੇ ਘਰ। ਸਮਾਣੇ ਤੋਂ ਭਵਾਨੀਗੜ੍ਹ ਵਾਲੀ ਰੋਡ ਤੋਂ ਤੇ 10 ਕੁ ਕਿਲੋਮੀਟਰ ਦੀ ਵਿੱਥ ਤੇ ਉਹਦਾ ਪਿੰਡ ਸੀ ਤੇ ਪਿੰਡ ਤੋਂ ਅੱਗੇ 3 ਕੁ ਕਿਲੋਮੀਟਰ ਦੀ ਵਿੱਥ ਤੇ ਖੇਤਾਂ 'ਚ ਉਹਨਾਂ ਦੇ 10 ਕੁ ਘਰ। ਉਹ ਸੋਚੀ ਜਾ ਰਹੀ ਸੀ। ਸਰੀਰ ਕਤਰਾ ਕਤਰਾ ਸੀ, ਰੋਮ ਰੋਮ ਲਹੂ ਲੁਹਾਨ ਸੀ, ਪਰ ਉਹਦਾ ਦਿਮਾਗ ਚੱਲ ਰਿਹਾ ਸੀ। ਪਿੰਡ ਯਾਦ ਆ ਗਿਆ, ਸੋਹਣਾ ਗੁਲਾਬ ਦੇ ਫੁੱਲ ਵਰਗਾ ਮਹਿਕਦਾ ਉਹਦਾ ਪਿੰਡ, ਤੇ ਪਿੰਡੋਂ ਬਾਰ-ਬਾਰ ਖੁਸ਼ਬੂਆਂ ਵੰਡਦਾ ਉਹਦਾ ਘਰ, ਉਹਦਾ ਫਾਰਮ ਹਾਊਸ। ਖੇਤਾਂ ਦੀ ਠੰਡੀ ਰੁਮਕਦੀ ਪੌਣ ਕਿੰਨਾ ਸੁੱਖ ਦਿੰਦੀ ਸੀ। ਸਕੂਲ ਤੋਂ ਵਾਪਸ ਆ ਕੇ ਰੋਟੀ ਪਾਣੀ ਖਾ ਕੇ ਉਹ ਸਾਹਮਣੇ ਖੇਤ ਵਿੱਚ ਵੱਟ ਤੇ ਪੜ੍ਹਨ ਬੈਠ ਜਾਂਦੀ ਸੀ। ਕਦੇ ਬੇਰੀ ਥੱਲੇ, ਕਦੇ ਜਾਮਣ ਹੇਠਾਂ ਪੜ੍ਹਨ ਦਾ ਜੋ ਸਵਾਦ ਆਉਂਦਾ ਸੀ ਉਹ ਸਟੱਡੀ ਰੂਮ 'ਚ ਕਿੱਥੇ ਆਉਂਦਾ। ਚਿੜੀਆਂ ਤੇ ਲਾਲੀਆਂ ਦੀ ਚਹਿਚਹਾਟ ਉਹਦੇ ਦਿਲ 'ਚ ਕੁਤਕੁਤਾਰੀਆਂ ਕੱਢਦੀ। ਪੜ੍ਹਦੀ ਪੜ੍ਹਦੀ ਉਹ ਵੱਟ ਤੋਂ ਘਾਹ ਦਾ ਤਣਾ ਪੁੱਟਣ ਲੱਗ ਜਾਂਦੀ
ਤਣਾ ਸਖਤ ਹੁੰਦਾ। ਉਹਦੇ ਹੱਥ ਦੁਖਣ ਲੱਗ ਜਾਂਦੇ, ਪਰ ਉਹ ਪੁੱਟ ਕੇ ਹੀ ਸਾਹ ਲੈਂਦੀ। ਕਦੇ ਬੇਰੀ ਦੇ ਬੇਰ ਤੋੜ ਕੇ ਖਾਂਦੀ, ਕਦੇ ਅਮਰੂਦ। ਨਾਲ ਨਾਲ ਆਪਣਾ ਪਾਠ ਯਾਦ ਕਰਦੀ ਰਹਿੰਦੀ। ਇਸ ਤਰ੍ਹਾਂ ਯਾਦ ਕੀਤਾ ਪਾਠ ਕਦੀ ਨਹੀਂ ਭੁੱਲਦਾ ਸੀ। ਜਦੋਂ ਦਿਲ ਕਰਦਾ ਵਗਦੇ ਖਾਲ ਚੋਂ ਮੂੰਹ ਧੋ ਲੈਣਾ ਤੇ ਕਦੇ ਪਾਣੀ ਵੀ ਪੀ ਲੈਣਾ। ਕਦੇ ਢਿੱਡ ਨਹੀਂ ਦੁਖਿਆ ਉਸ ਪਾਣੀ ਨਾਲ। ਉਹ ਦਿਨ ਤਾਂ ਸਭ ਨੂੰ ਭੁੱਲਦੇ ਹੀ ਜਾਂਦੇ ਨੇ। ਜਦੋਂ ਵੀ ਪੇਪਰ ਹੋ ਜਾਣੇ, ਮਾਂ ਨੇ ਚਾਦਰਾਂ ਲਿਆ ਦੇਣੀਆਂ ਕੱਢਣ ਨੂੰ। ਸਵੇਰ ਦਾ ਅੰਨ ਪਾਣੀ ਨਿਬੇੜ ਕੇ ਸਾਹਮਣੇ ਖੇਤ 'ਚ ਅੰਬਾਂ ਹੇਠ ਮੰਜੀਆਂ ਢਾ ਲੈਣੀਆਂ। 2-3 ਤਾਏ ਦੀਆਂ ਕੁੜੀਆਂ ਤੇ ਉਹ ਸਾਰੀ ਦੁਪਹਿਰ ਬੈਠੀਆਂ ਚਾਦਰਾਂ ਕੱਢਦੀਆਂ। ਅਨਾਰਾਂ ਦਾ ਜਾਲ ਕਿੰਨਾ ਸੋਹਣਾ ਪਾਇਆ ਸੀ ਮੈਂ। ਜਾਲੀ ਦੀ ਪੀਲੇ ਰੰਗ ਦੀ ਚਾਦਰ ਤੇ ਗੁਲਾਬੀ ਰੰਗ ਦੀ ਜਾਲੀ ਦੀ ਚਾਦਰ ਤੇ ਫੁੱਲ ਬੂਟੇ ਬਣਾਉਣੇ, ਵਿੱਚ ਘੁੱਗੀਆਂ, ਮੋਰ, ਤੋਤੇ। ਉਹਦੇ 'ਚ ਚਿੱਟੇ ਰੰਗ ਨਾਲ ਚਿੱਟੀ ਕਬੂਤਰੀ ਬਣਾਤੀ ਸੀ। ਮਾਂ ਹੱਸਦੀ ਹੋਈ ਕਹਿੰਦੀ, ਆਹ ਤਾਂ ਨੂਰੇ ਨੇ ਆਪਣੇ ਆਪ ਨੂੰ ਚਿਣ ਲਿਆ ਚਾਦਰ ਤੇ। ਕਰੋਸ਼ੀਏ ਦਾ ਗੁਲਾਬ ਦੇ ਫੁੱਲਾਂ ਵਾਲਾ ਮੇਜ਼ ਕਵਰ ਕਿੰਨਾ ਸੋਹਣਾ ਬਣਿਆ ਸੀ। ਚਾਦਰਾਂ ਕੱਢਦੇ ਨਾਲ ਨਾਲ ਅੰਬ ਤੇ ਕੱਚੀਆਂ ਅੰਬੀਆਂ ਤੋੜ ਕੇ ਖਾਈ ਜਾਣਾ। ਕਾਗਜ਼ ਦੀ ਪੁੜੀ 'ਚ ਮਾਂ ਤੋਂ ਚੋਰੀ ਚੋਰੀ ਲੂਣ ਬੰਨ੍ਹ ਕੇ ਲੈ ਜਾਣਾ। ਮਾਂ ਖਾਣ ਜੋ ਨਹੀਂ ਸੀ ਦਿੰਦੀ। ਮਾਂ ਠੀਕ ਹੀ ਕਹਿੰਦੀ ਸੀ। ਅੰਬੀਆਂ ਖਾ ਕੇ ਮੇਰੇ ਦੰਦ ਕਿੰਨੇ ਖੱਟੇ ਹੋ ਜਾਂਦੇ ਸੀ ਵੀ ਰੋਟੀ ਨਾ ਖਾਧੀ ਜਾਣੀ। ਤੇ ਜਦੋਂ ਨਾਲੀਆਂ ਤੇ ਮੋਗੇ ਪੱਕੇ ਕਰਨ ਦੇ ਸਰਕਾਰੀ ਆਰਡਰ ਹੋਏ ਸੀ, ਕਿੰਨੇ ਸਾਰੇ ਪਾਈਪ ਉਹਨਾਂ ਦੇ ਘਰਾਂ ਦੇ ਬਾਹਰ ਲਿਆ ਕੇ ਰੱਖ ਦਿੱਤੇ ਗਏ। ਉਹ ਸਾਰੇ ਬੱਚੇ ਇਕੱਠੇ ਹੋ ਕੇ ਲੁੱਕਣ ਮੀਟੀ ਖੇਡਦੇ ਪਾਈਪਾਂ ਵਿੱਚ। ਇੱਕ ਦਿਨ ਪਾਈਪ 'ਚੋਂ ਲੰਘਦਿਆਂ ਉਹਦੇ ਗੋਡੇ ਫਸ ਗਏ। ਉਹਨੇ ਬੜਾ ਰੌਲਾ ਪਾਇਆ। ਮਾਂ ਘਰੋਂ ਭੱਜੀ ਆਈ। ਬੜੀ ਕੋਸ਼ਿਸ਼ ਕੀਤੀ ਪਰ ਗੋਡੇ ਸਿੱਧੇ ਨਾ ਹੋਣ। ਮੰਮੀ ਕਿੰਨਾ ਰੋ ਰਹੀ ਸੀ, ਹਾਏ ਮੇਰੀ ਕੁੜੀ ਨੂੰ ਬਚਾ ਲਓ, ਫਸ ਗਈ ਜੇ। ਆਵਾਜ਼ਾਂ ਸੁਣ ਕੇ ਦਲਜੀਤ ਆਇਆ ਸੀ। ਉਹਨੇ ਇੱਕ ਝਟਕੇ ਨਾਲ ਗੋਡੇ ਸਿੱਧੇ ਕਰਤੇ ਤੇ ਮੈਂ ਬਾਹਰ ਆ ਗਈ ਸੀ। ਮਾਂ ਕਿੰਨੀ ਇਮੋਸ਼ਨਲ ਸੀ ਮੇਰੇ ਲਈ। ਮਾੜਾ ਜਿਹਾ ਕੁਝ ਹੋ ਜਾਂਦਾ ਤਾਂ ਉਹਨੂੰ ਚੈਨ ਨਹੀਂ ਆਉਂਦਾ ਸੀ। ਤੇ ਜਦੋਂ ਮੈਂ ਚੰਗੀ ਤਰ੍ਹਾਂ ਤਿਆਰ ਹੁੰਦੀ ਸੀ ਤਾਂ ਕਦੇ ਨਮਕ ਵਾਰਦੀ, ਕਦੇ ਮਿਰਚਾਂ। ਕਹਿੰਦੀ ਲੋਕਾਂ ਦੀ ਨਜ਼ਰ ਬੁਰੀ ਹੁੰਦੀ ਹੈ। ਨੂਰ ਨੂੰ ਯਾਦ ਆ ਰਿਹਾ ਸੀ, ਮਾਂ ਪਿਆਰ ਤਾਂ ਬਹੁਤ ਕਰਦੀ ਸੀ ਪਰ ਭੋਲੀ ਬਹੁਤ ਸੀ। ਮੈਂ ਜੋ ਮਰਜ਼ੀ ਕਰਦੀ ਉਹ ਕਦੇ ਨਾ ਟੋਕਦੀ। ਸਾਰਾ ਦਿਨ ਖੇਡਦੀ ਤਾਂ ਇੰਨਾ ਜ਼ਰੂਰ ਕਹਿੰਦੀ, ਕਦੇ ਪੜ੍ਹ ਮਰ ਵੀ ਲਿਆ ਕਰ, ਸਾਰਾ ਦਿਨ ਦੜੰਗੇ ਮਾਰਦੀ ਫਿਰਦੀ। ਉਹਦੀ ਝਿੜਕ ਵਿੱਚ ਵੀ ਪਿਆਰ ਦਾ ਸੁਨੇਹਾ ਹੁੰਦਾ ਸੀ, ਮੇਰੇ ਫਾਇਦੇ ਦਾ ਸੁਨੇਹਾ। ਉਹ ਨਹੀਂ ਚਾਹੁੰਦੀ ਸੀ ਹੋਰ ਕੁੜੀਆਂ ਵਾਂਗ ਮੇਰਾ ਵੀ ਰੋਟੀਆਂ ਪਕਾਉਂਦੀ ਦਾ ਵਿਆਹ ਹੋ ਜਾਏ। ਵਿਆਹ ਦੇ ਨਾਂ ਤੋਂ ਕਿੰਨਾ ਖਿੱਚਦੀ ਸੀ ਮਾਂ। ਜੇ ਕਦੇ ਕੋਈ ਮਜ਼ਾਕ ਵਿੱਚ ਵੀ ਕਹਿ ਦਿੰਦਾ ਕਿ ਕੁੜੀ ਕਿੰਨੀ ਸੋਹਣੀ ਹੈ ਤੁਹਾਡੀ, ਰਿਸ਼ਤਾ ਦੇ ਦਿਓ, ਤਾਂ ਮੰਮੀ ਅੱਗੋਂ ਟੁੱਟ ਕੇ ਪੈ ਜਾਂਦੀ। ਪੜ੍ਹ ਤੇ ਲੈਣ ਦਿਓ 4 ਅੱਖਰ, ਵਿਆਹ ਤਾਂ ਹੋ ਹੀ ਜਾਣਾ ਭਲਾ। ਤੇ ਕਈ ਵਾਰੀ ਮੰਮੀ ਨੂੰ ਪਤਾ ਹੀ ਨਹੀਂ ਲੱਗਦਾ ਸੀ। ਕਈ ਲੋਕ ਕਿੰਨੀ ਗੰਦੀ ਨਜ਼ਰ ਨਾਲ ਮੈਨੂੰ ਵੇਖਦੇ ਸੀ। ਨੂਰ ਨੂੰ ਯਾਦ ਆ ਰਿਹਾ ਸੀ, ਅਜੇ ਮੈਂ ਮਸਾਂ 2nd ਜਮਾਤ ਸੀ। ਮੰਮੀ ਨਾਲ ਬੱਸ 'ਚ ਬੈਠ ਕੇ ਨਾਨਕੇ ਗਈ ਸੀ। ਗੂੜੇ ਗੁਲਾਬੀ ਰੰਗ ਦੀ ਫਰਾਕ ਪਾਈ ਮੈਂ, ਕਿੰਨੀ ਖੁਸ਼ ਸੀ। ਬੱਸ ਵਿੱਚ ਬੜੀ ਭੀੜ, ਪੈਰ ਧਰਨ ਦੀ ਵੀ ਥਾਂ ਨਹੀਂ ਸੀ। ਮੇਰਾ ਸਾਹ ਘੁੱਟ ਰਿਹਾ ਸੀ। ਮੰਮੀ ਤੇ ਮੈਂ ਡਰਾਈਵਰ ਦੇ ਕੋਲ ਹੀ ਇੰਜਨ ਲਾਗੇ ਖੜੀਆਂ ਸੀ। ਮੈਂ ਬਚਪਨ 'ਚ ਬੜੀ ਗੋਲੂ ਮੋਲੂ ਸੀ। ਮੰਮੀ ਵਿਚਾਰੀ ਗੋਦੀ ਵੀ ਨਾ ਚੁੱਕ ਸਕਦੀ ਸੀ। ਬੱਸ ਬੜੀ ਤੇਜ਼ ਭੱਜ ਰਹੀ ਸੀ। ਡਰਾਈਵਰ ਦੇ ਪਿੱਛੇ ਵਾਲੀ ਸੀਟ ਤੇ ਬੈਠੀਆਂ ਸਵਾਰੀਆਂ 'ਚੋਂ ਇੱਕ ਅੰਕਲ ਨੇ ਇਸ਼ਾਰਾ ਕਰਦਿਆਂ ਕਿਹਾ, ਭੈਣ ਜੀ ਗੁੱਡੀ ਨੂੰ ਮੇਰੇ ਅੱਗੇ ਬਿਠਾ ਦਿਓ। ਮਾਂ ਨੇ ਮੇਰੀ ਉਂਗਲ ਉਹਨੂੰ ਫੜਾ ਦਿੱਤੀ। ਉਹਨੇ ਮੈਨੂੰ ਆਪਣੀਆਂ ਦੋਹਾਂ ਲੱਤਾਂ ਦੇ ਵਿਚਕਾਰ ਖੜਾ ਕਰ ਲਿਆ ਸੀ। ਭੀੜ ਤੋਂ ਕੁਝ ਰਾਹਤ ਮਹਿਸੂਸ ਹੋਈ, ਪਰ ਇੱਕ ਅਜੀਬ ਜਿਹਾ ਡਰ ਲੱਗ ਰਿਹਾ ਸੀ। ਉਸ ਅੰਕਲ ਦੇ ਨਾਲ ਲੱਗਣ ਨੂੰ ਦਿਲ ਨਹੀਂ ਕਰ ਰਿਹਾ ਸੀ। ਮੈਂ ਥੋੜੀ ਜਿਹੀ ਅੱਗੇ ਨੂੰ ਹੋ ਜਾਂਦੀ, ਅੰਕਲ ਘੁੱਟ ਕੇ ਫਿਰ ਮੈਨੂੰ ਆਪਣੇ ਨਾਲ ਜੋੜ ਲੈਂਦਾ। ਥੋੜੀ ਦੇਰ ਬਾਅਦ ਉਹਨੇ ਮੇਰੇ ਢਿੱਡ ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਫਰਾਕ ਦੇ ਬਾਹਰੋਂ, ਫਿਰ ਹੌਲੀ ਹੌਲੀ ਅੰਦਰੋਂ। ਮੈਨੂੰ ਬੜੀ ਕਚਿਆਣ ਆ ਰਹੀ ਸੀ। ਮੈਂ ਕਿੰਨੀ ਵਾਰ ਮੰਮੀ ਦੇ ਮੂੰਹ ਵੱਲ ਵੇਖਿਆ, ਸ਼ਾਇਦ ਮੇਰਾ ਰੋਣ ਹਾਕਾ ਮੂੰਹ ਵੇਖ ਕੇ ਉਹ ਮੈਨੂੰ ਆਪਣੇ ਕੋਲ ਬੁਲਾ ਲਏ। ਪਰ ਮਾਂ ਮੇਰੀ ਵੱਲ ਨਹੀਂ ਵੇਖ ਰਹੀ ਸੀ। ਉਹ ਤਾਂ ਖਿੜਕੀ ਤੋਂ ਬਾਹਰ ਨੂੰ ਵੇਖਦੇ ਮੂੰਹ 'ਚ ਵੈਗਰੂ ਵੈਗਰੂ ਕਰ ਰਹੀ ਸੀ। ਮੰਮੀ ਨੂੰ ਜਦੋਂ ਵੀ ਮੌਕਾ ਮਿਲਦਾ ਉਹ ਵੈਗਰੂ ਜਪਦੀ ਰਹਿੰਦੀ ਸੀ। ਫਿਰ ਉਸ ਅੰਕਲ ਦਾ ਹੱਥ ਮੇਰੀਆਂ ਲੱਤਾਂ ਤੇ ਫਿਰਨ ਲੱਗਾ, ਕਦੇ ਢਿੱਡ ਤੇ ਫਿਰੇ, ਕਦੇ ਲੱਤਾਂ ਤੇ। ਉਹ ਲਗਾਤਾਰ ਹੱਥ ਘੁਮਾ ਰਿਹਾ ਸੀ। ਮੇਰਾ ਤੱਕ ਹਿਲਦੀ, ਉਹ ਖਿੱਚ ਕੇ ਨਾਲ ਲਾ ਲੈਂਦਾ। ਬੱਸ ਭੱਜੀ ਜਾ ਰਹੀ ਸੀ। ਕੋਈ ਸੁੱਤਾ ਪਿਆ ਸੀ, ਕੋਈ ਬਾਹਰ ਨੂੰ ਵੇਖ ਰਿਹਾ ਸੀ। ਮੇਰੇ ਅੰਦਰ ਇੱਕ ਤੂਫਾਨ ਚੱਲ ਰਿਹਾ ਸੀ। ਦਿਲ ਕਰਦਾ ਸੀ ਕਿਹੜਾ ਵੇਲਾ ਹੋਏ ਇਸ ਭੇੜੀਏ ਅੰਕਲ ਤੋਂ ਦੂਰ ਭੱਜ ਕੇ ਆਪਣੀ ਮਾਂ ਦੀਆਂ ਲੱਤਾਂ ਨੂੰ ਚੰਬੜ ਜਾਵਾਂ। ਉਹਦਾ ਹੱਥ ਹੌਲੀ ਹੌਲੀ ਤੇਜ਼ ਹੋਈ ਜਾ ਰਿਹਾ ਸੀ। ਹੁਣ ਉਹਨੇ ਢਿੱਡ ਤੇ ਲੱਤਾਂ ਦੇ ਵਿਚਕਾਰ ਉਂਗਲੀਆਂ ਮਾਰਨੀਆਂ ਸ਼ੁਰੂ ਕਰਤੀਆਂ। ਪਹਿਲਾਂ ਇੱਕ ਤੇ ਫਿਰ ਉਹਦੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਲਗਾਤਾਰ ਮੇਰੀ ਨਿੱਕਰ 'ਚ ਘੁੰਮ ਰਹੀਆਂ ਸਨ। ਮੇਰੀਆਂ ਚੀਕਾਂ ਨਿਕਲ ਗਈਆਂ। ਮੇਰੀ ਆਵਾਜ਼ ਸੁਣ ਕੇ ਮੇਰੀ ਮਾਂ ਨੇ ਗੁੱਸੇ ਨਾਲ ਕਿਹਾ ਸੀ, ਖੜੀ ਰਹਿ, ਕੀ ਹੁੰਦਾ ਉੱਥੇ? ਭਾਈ ਸਾਹਿਬ ਕੁੜੀ ਥੱਕ ਗਈ ਲੱਗਦੀ ਹੈ, ਤੁਸੀਂ ਇਹਨੂੰ ਗੋਦੀ 'ਚ ਬਿਠਾ ਲਓ ਜ਼ਰਾ।
ਮੰਮੀ ਦੀ ਗੱਲ ਸੁਣ ਕੇ ਅੰਕਲ ਨੇ ਮੈਨੂੰ ਆਪਣੀ ਗੋਦੀ 'ਚ ਬਿਠਾ ਲਿਆ। ਫਿਰ ਉਹਦਾ ਹੱਥ ਮੇਰੀ ਪਿੱਠ ਤੇ ਫਿਰਨ ਲੱਗਾ। ਮੇਰੀ ਚੀਕ ਸੰਗ 'ਚ ਹੀ ਘੁੱਟੀ ਗਈ। ਹੰਝੂ ਗੱਲਾਂ ਤੇ ਤੈਰ ਰਹੇ ਸਨ। ਬੇਵੱਸਾਂ ਵਾਂਗ 3 ਘੰਟੇ ਕੱਢੇ ਤੇ ਫਿਰ ਸਾਡਾ ਅੱਡਾ ਆ ਗਿਆ। ਮੈਂ ਭੱਜ ਕੇ ਬਾਹਰ ਨਿਕਲੀ ਸੀ। ਬੜੀ ਦੂਰ ਦੂਰ ਤੱਕ ਮੁੜ ਮੁੜ ਕੇ ਵੇਖਦੀ ਰਹੀ। ਲੱਗਦਾ ਸੀ ਜਿਵੇਂ ਉਹ ਅੰਕਲ ਪਿੱਛੋਂ ਆ ਕੇ ਮੈਨੂੰ ਫੜ ਲਏਗਾ। ਹੁਣ ਤੱਕ ਸੋਚਦੀ ਰਹੀ ਹਾਂ, ਉਦੋਂ ਮੈਂ ਬਹੁਤ ਛੋਟੀ ਸੀ। ਥੋੜੀ ਵੱਡੀ ਹੁੰਦੀ ਤਾਂ ਇੱਕ ਥੱਪੜ ਮਾਰਦੀ ਬੁੜੇ ਦੇ ਮੂੰਹ ਤੇ। ਸਾਰੀ ਬੱਸ 'ਚ ਰੌਲਾ ਪਾ ਕੇ ਉਹਦੀ ਚੰਗੀ ਛਿੱਤਰ ਪਰੇਡ ਕਰਾਉਂਦੀ। ਪਰ ਹੁਣ ਤਾਂ ਮੈਂ ਵੱਡੀ ਹੋ ਗਈ ਹਾਂ। ਫਿਰ ਕਿਉਂ ਨਾ ਮੈਂ ਅੱਜ ਇਹਨਾਂ ਵਹਿਸ਼ੀਆਂ ਦਾ ਮੂੰਹ ਭੰਨ ਸਕੀ। ਮੈਂ ਕਾਰ 'ਚ ਕਿੰਨਾ ਰੌਲਾ ਪਾਇਆ, ਪਰ ਕਿਸੇ ਨੇ ਵੀ ਨਾ ਵੇਖਿਆ, ਕਿਸੇ ਨਾ ਛੁਡਾਇਆ। ਹਾਏ, ਅੱਜ ਕਿਸ ਭੇੜੀਏ ਨੇ ਫੜ ਲਿਆ ਮੈਨੂੰ, ਨੋਚ ਹੀ ਸੁੱਟਿਆ ਆਖਰ। ਹਾਏ, ਨੂਰ ਦੀ ਚੀਕ ਫਿਰ ਬੁੱਲਾਂ 'ਚ ਘੁੱਟੀ ਗਈ। ਉਹਦੇ ਬੁੱਲ ਸੁੱਕ ਰਹੇ ਸਨ। ਅਹਿਲ ਪਈ ਦਾ ਉਹਦਾ ਦਿਮਾਗ ਚੱਲ ਰਿਹਾ ਸੀ ਬਸ। ਪਿੰਡ ਦੇ ਆਲੇ ਦੁਆਲੇ ਘੁੰਮਦੀ ਉਹ ਬਚਪਨ 'ਚ ਗੁਆਚੀ ਪਈ ਸੀ। ਮੰਮੀ, ਪਾਣੀ, ਉਹਦੇ ਦਿਮਾਗ ਨੇ ਪੁਕਾਰਿਆ, ਪਰ ਨਾ ਪਾਣੀ ਸੀ ਨਾ ਮੰਮੀ। ਮੰਮੀ ਤਾਂ ਪਤਾ ਨਹੀਂ ਕਿੱਥੇ ਲੱਭਦੀ ਹੋਣੀ ਆ ਉਹਨੂੰ। ਅੰਗ ਦੂਸਰਾ। ਫੀਤਾ ਸਮੇਂ ਦਿਆਂ ਹਾਕਮਾਂ ਵੇ, ਤੈਂ ਬਾਟਾ ਭਰ ਕੇ ਬੇਸ਼ਰਮੀ ਦਾ ਪੀਤਾ। ਨੂਰ ਦੇ ਪਾਪਾ ਨੂਰ ਨਹੀਂ ਆਈ ਅਜੇ ਤੱਕ। ਅੱਜ ਤਾਂ ਉਹਦਾ ਪੇਪਰ ਸੀ, ਉਹਨੇ ਛੇਤੀ ਆ ਜਾਣਾ ਸੀ। ਹਾਏ, ਮੇਰੀ ਨੂਰਾਂ ਕਿੱਥੇ ਰਹਿ ਗਈ। ਮਾਂ ਨੂੰ ਕਾਹਲੀ ਪੈ ਰਹੀ ਸੀ। ਸਵੇਰ ਤੋਂ ਹੀ ਕੋਈ ਬੇਚੈਨੀ ਸੀ ਦਿਲ 'ਚ। ਅੰਦਰ ਬਾਹਰ ਗੇੜੇ ਕੱਢਦਿਆਂ ਦੁਪਹਿਰ ਹੋ ਗਈ। ਨਾ ਰੋਟੀ ਮੂੰਹ 'ਚ ਪਾਉਣ ਨੂੰ ਦਿਲ ਕਰ ਰਿਹਾ ਸੀ ਅੱਜ, ਨਾ ਪਾਣੀ ਦੀ ਪਿਆਸ ਲੱਗ ਰਹੀ ਸੀ। ਵੈਨ ਤਾਂ ਕਦੋਂ ਦੀ ਆ ਕੇ ਮੁੜ ਗਈ। ਘਬਰਾਹਟ ਨਾਲ ਮਾਂ ਦੇ ਮੱਥੇ ਤੇ ਬਾਰ-ਬਾਰ ਪਸੀਨਾ ਆ ਰਿਹਾ ਸੀ। ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਪਹਿਲਾਂ ਤਾਂ ਲੱਗਿਆ ਕਿ ਸਾਇੰਸ ਵਾਲੀ ਮੈਡਮ ਨੇ ਰੋਕ ਲਿਆ ਹੋਣਾ। ਨੂਰ ਕਹਿ ਰਹੀ ਸੀ ਅੱਜ ਸਾਇੰਸ ਦੇ ਕੁਝ ਸਵਾਲ ਪੁੱਛਣੇ ਸੀ, ਪਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ। ਵੇ ਨਿੰਦਰ, ਜਾ ਪੁੱਤ ਸ਼ਹਿਰ ਜਾ ਕੇ ਸਕੂਲ ਤੱਕ ਗੇੜਾ ਕੱਢ ਕੇ ਆ। ਵੇਖ ਕੇ ਆ ਭੈਣ ਨੂੰ, ਕਿੱਥੇ ਰਹਿ ਗਿਆ ਮੇਰਾ ਨੂਰਾ। ਲੇਟ ਵੀ ਹੁੰਦੀ ਸੀ ਤਾਂ ਹੁਣ ਤੱਕ ਤਾਂ ਆ ਜਾਂਦੀ ਸੀ। ਕੋਈ ਫੋਨ ਵੀ ਨਹੀਂ ਕੀਤਾ ਅੱਜ। ਅੱਛਾ ਮੰਮੀ, ਜਾਨਾ, ਕਹਿ ਕੇ ਨਿੰਦਰ ਨੇ ਮੋਟਰਸਾਈਕਲ ਸਟਾਰਟ ਕਰ ਲਿਆ। ਨੂਰ 12ਵੀਂ ਦੇ ਤੇ ਨਿੰਦਰ 11ਵੀਂ 'ਚ ਪੜ੍ਹਦੇ ਸਨ। ਨੂਰ ਨੇ ਮੈਡੀਕਲ ਵਿਸ਼ਾ ਰੱਖਿਆ ਸੀ। ਉਹਨੂੰ ਡਾਕਟਰ ਬਣਨ ਦਾ ਬਹੁਤ ਸ਼ੌਕ ਸੀ। ਨਿੰਦਰ ਕਾਮਰਸ ਕਰ ਰਿਹਾ ਸੀ, ਕਿਸੇ ਪਬਲਿਕ ਸੈਕਟਰ 'ਚ ਜਾਣ ਲਈ। ਆ ਜਾਏਗੀ, ਕਿਤੇ ਸਹੇਲੀਆਂ 'ਚ ਬੈਠ ਗਈ ਹੋਣੀ ਹੈ। ਕਿਉਂ ਬੋਝ ਪਾਇਆ ਦਿਮਾਗ ਤੇ। ਬੱਚੀ ਤਾਂ ਨਹੀਂ ਉਹ। ਅੰਦਰੋਂ ਪਾਪਾ ਦੀ ਆਵਾਜ਼ ਆਈ, ਨਹੀਂ ਮੈਂ ਦੇਖ ਹੀ ਆਉਣਾ ਡੈਡੀ। ਚੈਨ ਜਿਹਾ ਨਹੀਂ ਆ ਰਿਹਾ। ਆਖ ਨਿੰਦਰ ਘਰੋਂ ਬਾਹਰ ਨਿਕਲ ਗਿਆ। ਨੂਰ ਤੇ ਨਿੰਦਰ ਭੈਣ ਭਰਾ ਘੱਟ ਤੇ ਦੋਸਤ ਜ਼ਿਆਦਾ ਸਨ। ਬਚਪਨ ਤੋਂ ਹੀ ਨਿੰਦਰ ਨੂੰ ਨੂਰ ਨਾਲ ਬਹੁਤ ਲਗਾਅ ਸੀ। ਲਗਾਅ ਤਾਂ ਹੁੰਦਾ ਹੀ ਹੈ ਭੈਣ ਭਰਾਵਾਂ ਵਿੱਚ, ਪਰ ਉਹ ਨੂਰ ਦਾ ਇੱਕ ਪਲ ਦਾ ਵੀ ਵਸਾ ਨਹੀਂ ਸੀ ਖਾਂਦਾ। ਸ਼ਾਮ ਨੂੰ ਘਰ ਆਏ ਨੂੰ ਨਾ ਦਿਸਦੀ ਤਾਂ ਸਾਰੇ ਘਰ 'ਚ ਲੱਭਦਾ ਭੱਜਿਆ ਫਿਰਦਾ। ਲਾਡਾਂ ਨਾਲ ਪਾਲੀ ਗੋਰੀ ਚਿੱਟੀ ਨੂਰ ਮਲਾਈ ਵਰਗੀ ਕੂਲੀ ਸੀ। ਉਹਦੀਆਂ ਮੋਟੀਆਂ ਕਾਲੀਆਂ ਅੱਖਾਂ 'ਚ ਜਿਵੇਂ ਸਾਰਾ ਬ੍ਰਹਿਮੰਡ ਸਮਾਇਆ ਹੋਵੇ। ਅੱਖਾਂ 'ਚ ਘਿਰਿਆ ਚਮਕਦਾ ਗੋਲ ਡੇਲਾ ਤੇ ਗੋਲ ਠੋਡੀ ਤੇ ਗੋਲ ਮਟੋਲ ਚਿਹਰਾ। ਉਹਦੀ ਸੁੰਦਰਤਾ ਜਿਵੇਂ ਪਰਮਾਤਮਾ ਨੇ ਸਾਰੇ ਸੋਹਣੇ ਫੁੱਲਾਂ ਨਾਲ ਆਪ ਸਜਾਈ ਸੀ। ਜਿੰਨੀ ਸੋਹਣੀ ਸੂਰਤ, ਉਸ ਤੋਂ ਵੱਧ ਚੰਗੀ ਸੀਰਤ, ਉਸ ਤੋਂ ਵੀ ਤੇਜ਼ ਦਿਮਾਗ। ਪੜ੍ਹਾਈ 'ਚ ਵੀ ਉਹਦਾ ਕੋਈ ਸਾਨੀ ਨਹੀਂ ਸੀ। ਨਿੰਦਰ ਵੀ ਬਾਕੀ ਮੁੰਡਿਆਂ ਤੋਂ ਜ਼ਿਆਦਾ ਹੀ ਸੋਹਣਾ ਸੀ। ਮਾਂ ਰੋਜ਼ ਸੌਣ ਲੱਗਿਆਂ ਦੋਹਾਂ ਤੋਂ ਮਿਰਚਾਂ ਵਾਰਦੀ। ਉਹਨਾਂ ਦੇ ਸਿਰਹਾਣੇ ਬੈਠ ਕੇ ਤਾਤੀ ਵਾਹ ਨਾਲ ਲੱਗ ਗਈ ਦਾ ਪਾਠ ਕਰਦੇ। ਕਈ ਵਾਰ ਉਹ ਦੋਵੇਂ ਵੀ ਮਾਂ ਨਾਲ ਹੱਥ ਜੋੜ ਕੇ ਬੈਠ ਜਾਂਦੇ, ਸਿਮਰਨ ਕਰਦੇ, ਪਾਠ ਕਰਦੇ। ਛੋਟੇ ਹੁੰਦਿਆਂ ਤਾਂ ਨਿੰਦਰ ਪਰਛਾਵੇਂ ਵਾਂਗ ਨੂਰ ਦੇ ਪਿੱਛੇ ਪਿੱਛੇ ਦੀਦੀ ਦੀਦੀ ਕਰਦਾ ਫਿਰਦਾ ਰਹਿੰਦਾ। ਆਂਢ ਗੁਆਂਢ ਖੇਡਦਿਆਂ ਕਿੰਨੀ ਵਾਰ ਉਹ ਨੂਰ ਪਿੱਛੇ ਬਾਕੀ ਬੱਚਿਆਂ ਨਾਲ ਲੜ ਪੈਂਦਾ ਸੀ। ਪਿੰਡ ਦੀ ਫਿਰਨੀ ਤੇ ਨਿੰਦਰ ਦੇ ਦੋਸਤ ਸਾਬੀ ਦਾ ਘਰ ਸੀ। ਸਾਰੇ ਬੱਚੇ ਉੱਥੇ ਹੀ ਖੇਡਦੇ ਛੋਟੇ ਹੁੰਦੇ। ਇੱਕ ਦਿਨ ਸ਼ਾਮ ਨੂੰ ਖੇਡਦਿਆਂ ਸਾਬੀ ਨੇ ਨੂਰ ਨੂੰ ਜੱਫੀ ਪਾ ਲਈ। ਨਿੰਦਰ ਨੇ ਉਹਨੂੰ ਬਹੁਤ ਮਾਰਿਆ। ਲਹੂ ਲੁਹਾਨ ਸਾਬੀ ਆਪਣੀ ਮਾਂ ਨੂੰ ਬੁਲਾ ਲਿਆਇਆ। ਉਹਦੇ ਬੁੱਲਾਂ 'ਚ ਖੂਨ ਸਾਰੀ ਗਰਦਨ ਤੇ ਫੈਲ ਗਿਆ ਸੀ। ਸਾਬੀ ਦੀ ਮਾਂ ਉਲਾਂਭਾ ਲੈ ਕੇ ਨਿੰਦਰ ਦੀ ਮਾਂ ਕੋਲ ਗਈ। ਮਾਂ ਨੇ ਨਿੰਦਰ ਨੂੰ ਥੱਪੜ ਮਾਰ ਕੇ ਮਾਫ਼ੀ ਮੰਗਣ ਲਈ ਕਿਹਾ, ਪਰ ਉਹਨੇ ਕਿੰਨੇ ਥੱਪੜ ਖਾ ਕੇ ਵੀ ਮਾਫ਼ੀ ਨਾ ਮੰਗੀ ਤੇ ਨਾ ਹੀ ਮਾਰ ਖਾ ਕੇ ਰੋਇਆ। ਗੁੱਸੇ ਨਾਲ ਸਭ ਨੂੰ ਐਵੇਂ ਵੇਖਦਾ ਜਿਵੇਂ ਨਜ਼ਰਾਂ ਨਾਲ ਹੀ ਖਾ ਜਾਏਗਾ। 2 ਦਿਨ ਬਾਅਦ ਸਾਬੀ ਨੇ ਆ ਕੇ ਨਿੰਦਰ ਤੋਂ ਮਾਫ਼ੀ ਮੰਗੀ। ਗੁੱਸੇ ਲੜਾਈ ਦੇ ਬਾਵਜੂਦ ਬੱਚੇ ਇੱਕ ਦੂਜੇ ਦੇ ਘਰ ਜਾਣਾ ਨਾ ਛੱਡਦੇ। ਪੁੰਨਿਆਂ ਦੀ ਚਾਨਣੀ ਰਾਤ ਨੂੰ ਅੱਧੀ ਰਾਤ ਤੱਕ ਪਿੰਡ ਦੇ ਪਹੇ ਤੇ ਇਕੱਠੇ ਹੋ ਕੇ ਕੋਟਲਾ ਛਪਾਕੀ ਖੇਡਦੇ, ਕਦੇ ਬਾਂਦਰ ਕਿੱਲਾ ਖੇਡਦੇ,
ਨੂਰ ਦੇ ਮਾਪਿਓ ਕੋਲ ਪੈਸਾ ਤਾਂ ਜ਼ਿਆਦਾ ਨਹੀਂ ਸੀ, ਪਰ ਉਹਨਾਂ ਦੀ ਸੋਚ ਬੜੀ ਉੱਚੀ ਸੀ। ਬੱਚਿਆਂ ਨੂੰ ਫੁੱਲਾਂ ਵਾਂਗ ਪਾਲਿਆ ਸੀ ਉਹਨਾਂ ਨੇ। ਮੁੰਡੇ ਕੁੜੀ ਦਾ ਫਰਕ ਤਾਂ ਕਦੇ ਦਿਮਾਗ 'ਚ ਵੀ ਨਹੀਂ ਸੀ ਲਿਆਂਦਾ, ਉਹ ਵੀ ਪੰਜਾਬ ਦੇ ਪਿੰਡ 'ਚ, ਜਿੱਥੇ ਪਹਿਲਾਂ ਮੁੰਡਾ ਹੋਣਾ ਬੜੀ ਸ਼ਾਨ ਦੀ ਗੱਲ ਸਮਝੀ ਜਾਂਦੀ। ਜਿਹਦੇ ਪਹਿਲਾਂ ਮੁੰਡਾ ਪੈਦਾ ਹੋ ਜਾਂਦਾ, ਸਾਰਾ ਟੱਬਰ ਸੁੱਖ ਦਾ ਸਾਹ ਲੈਂਦਾ ਕਿ ਸ਼ੁਕਰ ਹੈ ਹੁਣ ਚੰਗੀ ਚੀਜ਼ ਲਈ ਤਰਸਣਾ ਨਹੀਂ ਪੈਣਾ। ਪਰ ਨੂਰ ਦੇ ਮਾਤਾ ਪਿਤਾ ਜੀ ਸਾਫ਼ ਬੁੱਧੀ ਹੋਣਾ ਆਪਣੇ ਆਪ 'ਚ ਵੱਡੀਆਂ ਡਿਗਰੀਆਂ ਨਾਲੋਂ ਲਿਆਕਤ ਦਾ ਕਿਤੇ ਵੱਡਾ ਹੋਣ ਦੀ ਹਾਮੀ ਭਰਦੀ ਹੈ। ਜਦ ਨੂਰ ਪੈਦਾ ਹੋਈ ਤਾਂ ਉਹਦੇ ਪਿਓ ਨੇ ਸਾਰੇ ਪਿੰਡ 'ਚ ਖੋਏ ਦੀ ਬਰਫੀ ਵੰਡੀ ਸੀ। ਲੋਕ ਮੂੰਹ 'ਚ ਉਂਗਲਾਂ ਦੇਣ, ਲੈ ਕੁੜੀ ਜੰਮਣ ਦਾ ਇੰਨਾ ਚਾਅ, ਜੇ ਢੇਰ ਲੱਗ ਗਿਆ ਤਾਂ ਫੇਰ ਪਤਾ ਲੱਗ ਜੂ। ਬੁੜੀਆਂ ਮੂੰਹ ਜੋੜ ਜੋੜ ਗੱਲਾਂ ਕਰਦੀਆਂ, ਪਰ ਉਹ ਦੋਵੇਂ ਪਤੀ ਪਤਨੀ ਕਿਸੇ ਦੀ ਗੱਲ ਦਾ ਗੁੱਸਾ ਨਾ ਕਰਦੇ। ਨੂਰ ਦੀ ਮਾਂ ਸੁਖਵੰਤ ਕੌਰ ਹੱਸ ਕੇ ਕਹਿ ਦਿੰਦੀ, ਸਾਨੂੰ ਤਾਂ ਪੁੱਤਾਂ ਵਰਗੀ ਹੈ ਜੀ, ਮੇਰਾ ਤਾਂ ਪੁੱਤ ਹੀ ਜੰਮਿਆ। ਸੁਖਵੰਤ ਕੌਰ ਬੜੇ ਸਬਰ ਵਾਲੀ ਤੀਵੀਂ ਸੀ, ਸਾਰਾ ਦਿਨ ਕੰਮ ਕਰਦੀ, ਥੱਕਦੀ ਨਾ। ਸਵੇਰੇ ਸ਼ਾਮ ਪਾਠ ਕਰਨਾ ਉਹਦਾ ਨਿੱਤ ਦਾ ਨੇਮ ਸੀ। ਸੋਹਣੀ ਸੀਰਤ ਤੇ ਸੂਰਤ ਵਾਲੀ ਸੁਖਵੰਤ ਕੌਰ ਹਰ ਕਿਸੇ ਨੂੰ ਖਿੜੇ ਮੱਥੇ ਮਿਲਦੀ। ਨਿਮਰ ਬੋਲਣਾ ਉਹਦਾ ਸੁਭਾਅ ਸੀ। ਜੇ ਕਦੇ ਉਹਦੇ ਲਈ ਉਹਦੀ ਕੋਈ ਦਰਾਣੀ ਜਾਂ ਜਠਾਣੀ ਕਿਸੇ ਗੱਲੋਂ ਔਖੀ ਹੋ ਜਾਂਦੀ ਤਾਂ ਆਪੇ ਕੁੜ ਕੇ ਬੈਠ ਜਾਂਦੀਆਂ। ਜਦੋਂ ਗੁੱਸੇ ਵਾਲੀ ਗੱਲ ਦਾ ਜਵਾਬ ਵੀ ਹਾਸੇ 'ਚ ਟਾਲ ਕੇ ਦਿੰਦੀ, ਉਹ ਪੂਰਾ ਜ਼ੋਰ ਲਾ ਕੇ ਵੀ ਉਹਨੂੰ ਸਾੜ ਨਾ ਸਕਦੀਆਂ ਤੇ ਹਾਰ ਕੇ ਉਹਨੂੰ ਬੁਲਾਉਣਾ ਛੱਡ ਦਿੰਦੀਆਂ। ਪਰ ਸੁਖਵੰਤ ਕੌਰ ਆਪਣੇ ਆਪ 'ਚ ਮਸਤ ਖੁਸ਼ ਰਹਿੰਦੀ। ਨੂਰ ਦਾ ਕਦੇ ਸਿਰ ਵੀ ਦੁਖਦਾ ਤਾਂ ਸੁਖਵੰਤ ਕੌਰ ਸਾਰਾ ਦਿਨ ਮੂੰਹ 'ਚ ਭਜਨ ਕਰਦੀ, ਕਦੇ ਉਹਦਾ ਸਿਰ ਘੁੱਟਦੀ, ਕਦੇ ਪੈਰ ਘੁੱਟਦੀ। ਨੂਰ ਦੇ ਪਾਪਾ ਨਿੰਦਰ ਨੂੰ ਫੋਨ ਕਰੋ, ਆਇਆ ਕਿਉਂ ਨਹੀਂ ਅਜੇ ਤੱਕ? ਸੁਖਵੰਤ ਕੌਰ ਨੇ ਇੱਕ ਟੱਕ ਆਪਣੀ ਨਜ਼ਰ ਗੇਟ ਤੇ ਟਿਕਾਈ ਹੋਈ ਸੀ। ਪਾਣੀ ਦਾ ਘੁੱਟ ਵੀ ਸੰਗ 'ਚੋਂ ਅੰਦਰ ਨਹੀਂ ਸੀ ਲੰਘ ਰਹੀ। 1 ਘੰਟਾ ਹੋ ਗਿਆ, ਆਇਆ ਕਿਉਂ ਨਹੀਂ ਅਜੇ ਤੱਕ? ਅੱਛਾ ਕਰਦਾ। ਸੱਜਣ ਸਿੰਘ ਨੇ ਹੁੰਗਾਰਾ ਭਰਿਆ। ਹੁਣ ਉਹਨੂੰ ਵੀ ਘਬਰਾਹਟ ਹੋਣ ਲੱਗ ਪਈ ਸੀ। ਅਜੇ ਦੋਵੇਂ ਗੱਲਾਂ ਕਰ ਰਹੇ ਸੀ ਕਿ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ। ਦੋਵਾਂ ਦੀਆਂ ਨਜ਼ਰਾਂ ਗੇਟ ਤੇ ਟਿਕ ਗਈਆਂ ਤੇ ਦਿਲ ਦੀ ਧੜਕਨ ਤੇਜ਼ ਹੋ ਗਈ। ਨਿੰਦਰ ਸਾਹੋ ਸਾਹ ਹੋਇਆ ਗੇਟ ਦੇ ਅੰਦਰ ਦਾਖਲ ਹੋਇਆ। ਮੰਮੀ, ਨੂਰ ਤਾਂ ਕਿਤੇ ਨਹੀਂ ਲੱਭੀ। ਮੈਂ ਸਾਰਾ ਕਾਲਜ ਛਾਣ ਕੇ ਆਇਆ, ਆਸ-ਪਾਸ ਬਾਜ਼ਾਰ ਵੇਖ ਕੇ ਆਇਆ, ਉਹਦੀਆਂ ਸਾਰੀਆਂ ਸਹੇਲੀਆਂ ਤੇ ਮੈਡਮਾਂ ਨੂੰ ਪੁੱਛ ਲਿਆ, ਪਰ ਨੂਰ ਕਿਤੇ ਨਹੀਂ ਮਿਲੀ। ਆਖਦਿਆਂ ਨਿੰਦਰ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ। ਹਾਏ ਵੇ ਰੱਬਾ, ਹੁਣ ਕੀ ਬਣੂ? ਮੈਂ ਕਿੱਥੋਂ ਲੱਭਾਂ ਮੇਰੀ ਧੀ ਨੂੰ? ਹਾਏ ਛੇਤੀ ਕਰੋ, ਲੱਭ ਕੇ ਲਿਆਓ ਕਿਤੋਂ, ਆਖਦੀ ਸੁਖਵੰਤ ਕੌਰ ਭੋਏ ਤੇ ਡਿੱਗ ਪਈ। ਉਹਨੂੰ ਦੰਦਲਾਂ ਪੈ ਗਈਆਂ। ਨਿੰਦਰ ਤੇ ਸੱਜਣ ਸਿੰਘ ਨੇ ਭੱਜ ਕੇ ਫੜਿਆ ਤੇ ਚੁੱਕ ਕੇ ਮੰਜੇ ਤੇ ਪਾਤਾ। ਨਿੰਦਰ ਗੁਆਂਢੋਂ ਤਾਈ ਪਾਲੀ ਨੂੰ ਬੁਲਾ ਕੇ ਲਿਆਇਆ। ਸੱਜਣ ਸਿੰਘ ਨੇ ਦੰਦਲ ਭੰਨ ਕੇ ਪਾਲੀ ਨੂੰ ਸੁਖਵੰਤ ਕੌਰ ਕੋਲ ਰਹਿਣ ਲਈ ਕਿਹਾ ਤੇ ਆਪ ਦੋਵੇਂ ਪਿਓ ਪੁੱਤ ਮੋਟਰਸਾਈਕਲ ਤੇ ਚੜ੍ਹ ਕੇ ਚਲੇ ਗਏ। ਸ਼ਾਮ ਹੋ ਚੁੱਕੀ ਸੀ। ਪਿੰਡ 'ਚ ਹਾਹਾਕਾਰ ਮਚ ਗਈ ਸੀ। ਸਾਰੇ ਲੋਕ ਆਪੋ ਆਪਣੇ ਹੀਲੇ ਨਾਲ ਕੁੜੀ ਨੂੰ ਲੱਭਣ 'ਚ ਜੁਟ ਗਏ। ਸੁਖਵੰਤ ਕੌਰ ਉੱਠਦੀ, ਫਿਰ ਬੇਹੋਸ਼ ਹੋ ਜਾਂਦੀ। ਕੁੜੀ ਨਾਲ ਜੁੜੀਆਂ ਉਹਦੀਆਂ ਅੰਦਰਾਂ ਕਿਸੇ ਮਾੜੇ ਸੰਕੇਤ ਤੋਂ ਦੁਹਾਈਆਂ ਪਾ ਰਹੀਆਂ ਸਨ। ਆਸ-ਪਾਸ ਦੇ ਖੇਤਾਂ ਨੂੰ ਛਾਣਿਆ ਗਿਆ, ਪਰ ਨੂਰ ਕਿਤੇ ਨਹੀਂ ਸੀ। ਲੱਗਦਾ ਸੀ ਜਿਵੇਂ ਕੋਈ ਦਿਓ ਕਦ ਪੰਛੀ ਉਹ ਸੋਹਣੀ ਮੁਰਗਾਬੀ ਨੂੰ ਚੁੱਕ ਕੇ ਅਸਮਾਨੀ ਲੈ ਗਿਆ ਸੀ। ਪੁਲਿਸ ਥਾਣੇ ਤੱਕ ਖਬਰ ਪਹੁੰਚ ਗਈ। ਥਾਣੇ 'ਚ ਬੈਠੇ ਸੱਜਣ ਸਿੰਘ ਦੇ ਮੂੰਹ 'ਚੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਉਹਨੂੰ ਅੰਦਾਜ਼ਾ ਹੋ ਰਿਹਾ ਸੀ ਉਹਦੀ ਧੀ ਨਾਲ ਕੋਈ ਵੱਡੀ ਅਣਹੋਣੀ ਹੋ ਗਈ ਹੋਣੀ ਹੈ, ਨਹੀਂ ਤਾਂ ਉਹ ਕਦੇ ਬਿਨਾਂ ਘਰ ਦੱਸੇ 2 ਮਿੰਟ ਵੀ ਅੱਖੋਂ ਓਹਲੇ ਨਹੀਂ ਸੀ ਹੁੰਦੀ। ਹਾਂਜੀ ਬੋਲੋ, ਕੁੜੀ ਦੀ ਉਮਰ ਕੀ ਹੈ? ਨਕਸ਼ ਵੀ ਦੱਸੋ। ਥਾਣੇਦਾਰ ਬੜੀ ਬੇਧਿਆਨੀ ਤੇ ਰੁੱਖੀ ਆਵਾਜ਼ ਨਾਲ ਗੱਲ ਕਰ ਰਿਹਾ ਸੀ। ਉਹਨੂੰ ਆਪਣਾ ਰਾਤ ਦਾ ਖਾਣ ਪੀਣ ਵਿੱਚ ਹੀ ਛੱਡ ਕੇ ਥਾਣੇ ਰਿਪੋਰਟ ਲਿਖਣ ਆਉਣਾ ਪਿਆ ਸੀ। ਥਾਣੇਦਾਰ ਦੇ ਮੂੰਹ 'ਚੋਂ ਆਉਂਦੀ ਸ਼ਰਾਬ ਦੀ ਹਵਾੜ ਨੇ ਸੱਜਣ ਸਿੰਘ ਦੇ ਦੁਖੀ ਹਿਰਦੇ ਨੂੰ ਹੋਰ ਕੁਮਲਾ ਦਿੱਤਾ। ਸਰਦਾਰਾ ਛੇਤੀ ਬੋਲ, ਇੰਨਾ ਟਾਈਮ ਨਹੀਂ ਮੇਰੇ ਕੋਲ, ਹੋਰ ਵੀ ਬਹੁਤ ਕੰਮ ਨੇ ਸਾਨੂੰ, ਥਾਣੇਦਾਰ ਨੇ ਉੱਚੀ ਆਵਾਜ਼ 'ਚ ਕਿਹਾ ਤਾਂ ਸੱਜਣ ਸਿੰਘ ਨੇ ਹੁਲੀਆ ਬਿਆਨ ਕਰਨਾ ਸ਼ੁਰੂ ਕੀਤਾ। ਨਾਂ ਜਸਨੂਰ ਕੌਰ, ਉਮਰ 16 ਸਾਲ, ਰੰਗ ਗੋਰਾ, ਲੰਮਾ ਕੱਦ। ਆਖਦਿਆਂ ਜਿਵੇਂ ਨੂਰ ਦੇ ਜਨਮ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਤੈਅ ਕਰ ਆਇਆ ਸੀ। ਚੰਗਾ, ਸਵੇਰ ਤੋਂ ਭਾਲ ਸ਼ੁਰੂ ਕਰਦੇ ਹਾਂ। ਫਟਾਫਟ ਲਿਖਣ ਦਾ ਕੰਮ ਨਿਬੇੜ ਕੇ ਥਾਣੇਦਾਰ ਉੱਠ ਖੜਾ ਹੋਇਆ। ਪਰ ਥਾਣੇਦਾਰ ਜੀ, ਸਾਰੀ ਰਾਤ ਉਸ ਮਾਸੂਮ ਨਾਲ ਪਤਾ ਨਹੀਂ ਕੀ ਬੀਤੇਗੀ, ਆਪਾਂ ਹੁਣੇ ਭਾਲ ਸ਼ੁਰੂ ਕਰੀਏ। ਚਲੋ ਤੁਸੀਂ ਕਰੋ ਭਾਲ, ਫਿਰ ਜੇ ਕੁਝ ਪਤਾ ਲੱਗਿਆ ਤਾਂ ਸਾਨੂੰ ਵੀ ਖਬਰ ਕਰ ਦਿਓ। ਥਾਣੇਦਾਰ ਦਾ ਜਵਾਬ ਸੁਣ ਕੇ ਇੱਕ ਵਾਰ ਤਾਂ ਸੱਜਣ ਸਿੰਘ ਨੂੰ ਗੁੱਸਾ ਆਇਆ, ਪਰ ਉਹ ਬਿਨਾਂ ਕੁਝ ਕਹੇ ਚੁੱਪਚਾਪ ਉੱਥੋਂ ਉੱਠ ਗਿਆ ਸੀ। ਥਾਣੇਦਾਰ ਦੀਆਂ ਲਾਲ ਸੁਰਖ ਅੱਖਾਂ
ਤੇ ਮੋਟੇ ਬੁੱਲ ਰਾਤ ਦੇ ਹਨੇਰੇ 'ਚ ਬਹੁਤ ਡਰਾਵਣੇ ਲੱਗ ਰਹੇ ਸਨ। ਉਹ ਥਾਣੇਦਾਰ ਘੱਟ ਤੇ ਬਦਮਾਸ਼ ਜ਼ਿਆਦਾ ਲੱਗ ਰਿਹਾ ਸੀ। ਮੋਟੀਆਂ ਅੱਖਾਂ, ਦਰਮਿਆਨੀ ਨੱਕ, ਦਾੜੀ ਨਾ ਬਹੁਤੀ ਲੰਬੀ ਨਾ ਛੋਟੀ, ਖੜਵੀਆਂ ਮੁੱਛਾਂ, ਸਿਰ ਤੇ ਪੱਗ, ਉੱਚਾ ਲੰਮਾ ਕੱਦ ਤੇ ਢਿੱਡ ਬਾਹਰ ਨੂੰ ਨਿਕਲਿਆ ਆਇਆ। ਲਿਆਕਤ ਘੱਟ ਤੇ ਸਿਫਾਰਸ਼ੀ ਜ਼ਿਆਦਾ ਨਜ਼ਰ ਆਉਂਦਾ। ਇਹ ਥਾਣੇਦਾਰ ਸੁਰਮੁਖ ਸਿੰਘ ਸੱਜਣ ਸਿੰਘ ਨੂੰ ਸਰਕਾਰਾਂ ਦੇ ਨਾਂ ਤੇ ਧੱਬਾ ਜਿਹਾ ਲੱਗਿਆ। ਉਹ ਸੋਚ ਰਿਹਾ ਸੀ, ਅਜਿਹੇ ਇਨਸਾਨ ਹੀ ਸਮਾਜ ਦਾ ਡੀਲ ਡੌਲ ਖਰਾਬ ਕਰਦੇ ਹਨ। ਇਹ ਅਜਿਹੇ ਘਾਤਕ ਕੀਟਾਣੂ ਹੁੰਦੇ ਹਨ ਜੋ ਦੇਸ਼ ਭਲਾਈ ਦੇ ਲਈ ਉੱਚੇ ਅਹੁਦਿਆਂ ਤੇ ਬਿਠਾਏ ਜਾਂਦੇ ਹਨ, ਪਰ ਆਪਣਾ ਢਿੱਡ ਭਰਨ ਲਈ ਇਹ ਦੇਸ਼ ਨੂੰ ਅੰਦਰੇ ਅੰਦਰ ਖੋਖਲਾ ਕਰ ਦਿੰਦੇ ਹਨ। ਸੱਜਣ ਸਿੰਘ ਧੜਕਦੇ ਦਿਲ ਤੇ ਗਰਮ ਦਿਮਾਗ ਨਾਲ ਥਾਣੇ ਚੋਂ ਬਾਹਰ ਆ ਗਿਆ। ਸਾਰੀ ਰਾਤ ਪਿੰਡ ਦੇ ਮੋਹਤਬਰ ਬੰਦੇ ਟੋਲੀਆਂ 'ਚ ਇਕੱਠੇ ਹੋ ਕੇ ਕੁੜੀ ਨੂੰ ਲੱਭਦੇ ਰਹੇ। ਆਲੇ ਦੁਆਲੇ ਦੇ ਖੇਤਾਂ ਨੂੰ ਛਾਣ ਮਾਰਿਆ, ਪਰ ਨੂਰ ਕਿਤੇ ਨਾ ਮਿਲੀ। ਆਖਰ ਤੜਕਾ ਹੋਣ ਤੇ ਆਪੋ ਆਪਣੇ ਘਰਾਂ ਨੂੰ ਵਾਪਸ ਹੋ ਗਏ। ਸੱਜਣ ਸਿੰਘ ਦੇ ਗੇਟ ਵੜਦੇ ਹੀ ਸੁਖਵੰਤ ਕੌਰ ਲੇਰ ਮਾਰ ਕੇ ਉਹਦੇ ਪੈਰਾਂ 'ਚ ਡਿੱਗ ਪਈ। ਹਾਏ, ਇੱਕ ਵਾਰ ਮੇਰੀ ਬੱਚੀ ਨੂੰ ਲੈ ਆਓ, ਮੈਂ ਕਦੇ ਉਹਨੂੰ ਆਪਣੇ ਕਾਲਜੇ ਨਾਲੋਂ ਵੱਖ ਨਹੀਂ ਕਰਾਂਗੀ। ਹਾਏ ਵੇ ਲੋਕੋ ਮੇਰੇ ਕਾਲਜੇ ਦਾ ਟੁਕੜਾ, ਵੇ ਕੋਈ ਲੱਭ ਲਿਆਓ ਕਿਤੋਂ। ਪੈਰਾਂ ਨੂੰ ਚੰਬੜੀ ਉਹ ਫੇਰ ਬੇਹੋਸ਼ ਹੋ ਗਈ। ਸੱਜਣ ਸਿੰਘ ਨੇ ਭਰੀਆਂ ਅੱਖਾਂ ਨਾਲ ਆਪਣੇ ਪੈਰਾਂ ਤੋਂ ਉਹਦੇ ਹੱਥ ਹਟਾ ਕੇ ਸਿੱਧਾ ਕੀਤਾ। ਸੁਖਵੰਤ ਕੌਰ ਦਾ ਹਾਲ ਉਹ ਤੋਂ ਵੇਖਿਆ ਨਾ ਗਿਆ। ਇੱਕ ਦਿਨ 'ਚ ਹੀ ਉਹਦੀ ਰਹਿ ਗਈ ਸੀ। ਰੰਗ ਕਾਲਾ ਭੂਖ ਹੋ ਗਿਆ ਸੀ, ਅੱਖਾਂ ਥੱਲੇ ਟੋਏ ਪੈ ਗਏ ਸਨ ਤੇ ਸਰੀਰ ਇੰਨਾ ਕਮਜ਼ੋਰ ਹੋ ਗਿਆ ਸੀ। ਉਹ ਹੋਸ਼ 'ਚ ਇੱਕ ਮਿੰਟ ਵੀ ਚੁੱਪ ਨਹੀਂ ਕੀਤੀ। ਰੱਬ ਦੇ ਹਾੜੇ ਕੱਢਦੀ, ਲੋਕਾਂ ਦੇ ਵਾਸਤੇ ਪਾਉਂਦੀ, ਉੱਠਦੀ ਤੇ ਫਿਰ ਬੇਹੋਸ਼ ਹੋ ਜਾਂਦੀ। ਰੀਝਾਂ ਨਾਲ ਪਾਲੀ ਜਵਾਨ ਧੀ ਦੇ ਗਮ ਨੇ ਉਹਨੂੰ ਨਿਚੋੜ ਸੁੱਟਿਆ ਸੀ। ਸੱਜਣ ਸਿੰਘ ਨੇ ਪਾਣੀ ਦਾ ਗਲਾਸ ਲਿਆ ਕੇ ਉਹਦੇ ਮੂੰਹ ਤੇ ਛਿੱਟੇ ਮਾਰੇ। ਡੈਡੀ ਜੀ, ਡਾਕਟਰ ਦੇ ਕਹਿਣ ਤੇ ਮੰਮੀ ਨੂੰ ਬੇਹੋਸ਼ੀ ਦਾ ਟੀਕਾ ਲਗਵਾਇਆ ਸੀ, ਪਰ ਜਦੋਂ ਵੀ ਕੋਈ ਆਪਣੇ ਗੇਟ ਵੜਦਾ ਪਤਾ ਨਹੀਂ ਮੰਮੀ ਨੂੰ ਕਿਵੇਂ ਹੋਸ਼ ਆ ਜਾਂਦਾ। ਨਿੰਦਰ ਨੇ ਹੈਰਾਨ ਹੁੰਦਿਆਂ ਪੁੱਛਿਆ। ਹੁੰਦਾ ਏ ਪੁੱਤਰਾ, ਜਿਹਦੀਆਂ ਆਂਦਰਾਂ ਕੋਈ ਵੱਢ ਕੇ ਲੈ ਗਿਆ ਹੋਵੇ, ਉਹਦੇ ਤੇ ਕੋਈ ਵੀ ਸ਼ੈ ਅਸਰ ਨਹੀਂ ਕਰਦੀ। ਤੇਰੀ ਮਾਂ ਦੀ ਹਾਲਤ ਠੀਕ ਨਹੀਂ ਨਿੰਦਰਾ, ਸੱਜਣ ਸਿੰਘ ਨੇ ਫਿਕਰ ਕਰਦਿਆਂ ਕਿਹਾ। ਦੋਵਾਂ ਪਿਓ ਪੁੱਤਰਾਂ ਨੇ ਸੁਖਵੰਤ ਕੌਰ ਨੂੰ ਚੁੱਕ ਕੇ ਬੈੱਡ ਤੇ ਪਾਇਆ। ਕਰਨ ਨੂੰ ਕੋਈ ਗੱਲ ਨਹੀਂ ਸੀ। ਦੋਵੇਂ ਬੈੱਡ ਤੇ ਬੈਠੇ ਧਰਤੀ ਵੱਲ ਝਾਕੀ ਜਾ ਰਹੇ ਸਨ, ਦਿਲ 'ਚ ਗਮ ਦਾ ਅਥਾਹ ਸਾਗਰ, ਚਿਹਰੇ ਖਾਮੋਸ਼, ਬੁੱਲਾਂ ਤੇ ਦੁੱਖ ਦੀ ਪੇਪੜੀ ਜੰਮੀ ਹੋਈ ਸੀ। ਨਿੰਦਰ ਨੂੰ ਹੌਲ ਜਿਹਾ ਪਿਆ। ਉੱਠ ਕੇ ਸਟੱਡੀ ਰੂਮ 'ਚ ਗਿਆ। ਉੱਥੇ ਪਈਆਂ ਨੂਰ ਦੀਆਂ ਕਿਤਾਬਾਂ ਦੇ ਪੇਜ ਪਲਟਣ ਲੱਗਿਆ। ਹਰ ਪੰਨੇ 'ਚ ਉਹਨੂੰ ਨੂਰ ਦਿਸਦੀ, ਹੱਸਦੀ ਦਿਸ ਰਹੀ ਸੀ। ਨਿੰਦਰ ਨੇ ਉਹਦੀਆਂ ਲਿਖੀਆਂ ਹੋਈਆਂ ਕਾਪੀਆਂ ਨੂੰ ਘੁੱਟ ਕੇ ਸੀਨੇ ਨਾਲ ਲਾਇਆ। ਉਹਦੀਆਂ ਧਾਹਾਂ ਨਿਕਲ ਗਈਆਂ। ਨੀ ਮੇਰੀਏ ਭੈਣੇ, ਮੈਂ ਤੈਨੂੰ ਕਿੱਥੋਂ ਲੱਭਾਂ? ਉਹਦੀ ਉੱਚੀ ਆਵਾਜ਼ ਸੁਣ ਕੇ ਸੱਜਣ ਸਿੰਘ ਭੱਜ ਕੇ ਆਇਆ। ਇੰਜ ਨਹੀਂ ਕਰਦੇ ਪੁੱਤਰਾ, ਜੇ ਕਰਮਾਂ 'ਚ ਹੋਈ ਤਾਂ ਆਪੇ ਮਿਲ ਜੂਗੀ। ਤੂੰ ਆਪਣੀ ਮਾਂ ਦਾ ਖਿਆਲ ਰੱਖ, ਕਿਤੇ ਉਹਨੂੰ ਕੁਛ ਨਾ ਹੋ ਜਾਏ। ਸ਼ੇਰ ਬਣ ਮੇਰਾ ਪੁੱਤ। ਸੱਜਣ ਸਿੰਘ ਨੇ ਮੂੰਹ ਪਾਸੇ ਕਰਕੇ ਅੱਖਾਂ ਪੂੰਝ ਲਈਆਂ। ਦੋਵੇਂ ਪਿਓ ਪੁੱਤ ਅਜੇ ਅੱਖਾਂ ਹੀ ਪੂੰਝ ਰਹੇ ਸੀ ਕਿ ਗੇਟ ਖੜ ਗਿਆ। ਕੌਣ ਏ? ਸੱਜਣ ਸਿੰਘ ਨੇ ਅੰਦਰੋਂ ਹੀ ਪੁੱਛਿਆ। ਮੈਂ ਆ ਚਾਚਾ, ਸਾਬੀ। ਅੱਛਾ, ਅੰਦਰ ਆ ਜਾ ਪੁੱਤ। ਸਾਬੀ ਅੰਦਰ ਲੰਘ ਆਇਆ। ਉਹ ਨੂਰ ਨੂੰ ਲੱਭਣ ਲਈ ਆਪਣੀ ਕਾਰ ਲਿਆਇਆ ਸੀ। ਦੋ ਹੋਰ ਵੀ ਮੁੰਡੇ ਉਹਦੇ ਨਾਲ ਸਨ। ਨਿੰਦਰ ਸੱਜਣ ਸਿੰਘ ਨੂੰ ਮਾਂ ਦਾ ਖਿਆਲ ਰੱਖਣ ਲਈ ਛੱਡ ਕੇ ਆਪ ਸਾਬੀ ਨਾਲ ਕਾਰ 'ਚ ਬੈਠ ਗਿਆ। ਸਾਬੀ ਨੂੰ ਕੋਈ ਸੁਰਾਗ ਮਿਲਿਆ ਸੀ। ਪਿੰਡ ਦੇ ਨਸ਼ੇੜੀ ਬੂਟੇ ਅਮਲੀ ਨੇ ਉਹਨੂੰ ਨੂਰ ਦੇ ਗਾਇਬ ਹੋਣ ਪਿੱਛੇ ਪਿੰਡ ਦੇ ਕੁਝ ਨਸ਼ੇੜੀਆਂ ਦਾ ਹੱਥ ਦੱਸਿਆ ਸੀ, ਪਰ ਉਹ ਕਿਸੇ ਦਾ ਪੱਕਾ ਨਾਮ ਨਹੀਂ ਸੀ ਲੈ ਰਿਹਾ। ਗੱਡੀ ਸਾਬੀ ਚਲਾ ਰਿਹਾ ਸੀ। ਇੱਕ ਮੁੰਡਾ ਅੱਗੇ ਇੱਕ ਪਿਛਲੀ ਸੀਟ ਤੇ ਬੈਠਾ ਸੀ। ਨਿੰਦਰ ਪਿੱਛੇ ਮੁੰਡੇ ਨਾਲ ਬੈਠ ਗਿਆ। ਬੈਠਦੀ ਹੀ ਉਹਦੇ ਪੈਰਾਂ ਨਾਲ ਕੋਈ ਚੀਜ਼ ਟਕਰਾਈ, ਜਿਵੇਂ ਕੋਈ ਬਕਸਾ ਪੈਰਾਂ 'ਚ ਪਿਆ ਹੋਵੇ। ਨਿੰਦਰ ਕੋਡਾ ਜਿਹਾ ਹੋ ਕੇ ਗੱਡੀ ਦੀਆਂ ਸੀਟਾਂ ਹੇਠ ਹੱਥ ਮਾਰਨ ਲੱਗਿਆ। ਕੀ ਹੋਇਆ ਬਾਈ? ਨਾਲ ਦਾ ਮੁੰਡਾ ਪੁੱਛ ਰਿਹਾ ਸੀ। ਆਹ ਕੁਛ ਪੈਰਾਂ 'ਚ। ਗੱਲ ਅਜੇ ਨਿੰਦਰ ਦੇ ਮੂੰਹ 'ਚ ਹੀ ਸੀ ਤੇ ਉਹਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਇਹ ਬਕਸਾ ਨਹੀਂ, ਇਹ ਤਾਂ ਨੂਰ ਦੀ ਕਿਤਾਬ ਲੱਗ ਰਹੀ ਸੀ। ਉਹਨੇ ਧਿਆਨ ਨਾਲ ਪੂਰੀਆਂ ਅੱਖਾਂ ਖੋਲ੍ਹ ਕੇ ਵੇਖਿਆ। ਕਿਤਾਬ ਦੇ ਅੰਦਰਲੇ ਪੇਜ ਤੇ ਲਿਖਿਆ ਸੀ, ਜਸਨੂਰ ਕੌਰ ਗਿੱਲ। ਨਿੰਦਰ ਦੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਵਹਿ ਤੁਰੇ। ਉਹਨੇ ਕਾਹਲੀ ਕਾਹਲੀ ਸਾਰੇ ਪੰਨੇ ਪਰਤ ਕੇ ਵੇਖਿਆ, ਜਿਵੇਂ ਵਿੱਚੋਂ ਹੀ ਕਿਤੇ ਨੂਰ ਨਿਕਲ ਆਏਗੀ। ਹੱਥ ਕੰਬ ਰਹੇ ਸਨ, ਬੁੱਲ ਫਰਕ ਰਹੇ ਸਨ, ਦਿਮਾਗ 'ਚੋਂ ਖੂਨ ਗਰਮ ਹੋ ਗਿਆ ਸੀ। ਸਾਬੀ, ਤੇਰੀ ਗੱਡੀ 'ਚ ਨੂਰ ਦੀ ਕਿਤਾਬ ਕਿਵੇਂ? ਉਹਨੇ ਪਿੱਛੋਂ ਹੀ ਸਾਬੀ ਦੀ ਕਮੀਜ਼ ਦੀ ਕਾਲਰ ਫੜ ਕੇ ਗਰਜਵੀਂ ਆਵਾਜ਼ 'ਚ ਪੁੱਛਿਆ। ਨੂਰ ਦੀ ਕਿਤਾਬ ਆਖਦਿਆਂ ਸਾਬੀ ਨੇ ਕਾਰ ਦੀ ਬ੍ਰੇਕ ਮਾਰੀ ਤੇ ਭੱਜ ਕੇ ਬਾਹਰ ਨਿਕਲਿਆ। ਸਾਰੇ ਵਾਰੋ ਵਾਰੀ ਬਾਹਰ ਨਿਕਲ ਆਏ।
ਸਾਬੀ ਨੇ ਕਾਹਲੀ ਨਾਲ ਕਿਤਾਬ ਨਿੰਦਰ ਦੇ ਹੱਥ 'ਚੋਂ ਫੜ ਕੇ ਹੈਰਾਨੀ ਨਾਲ ਵੇਖਿਆ। ਨੂਰ ਦੀ ਕਿਤਾਬ ਮੇਰੀ ਕਾਰ 'ਚੋਂ? ਉਹਨੂੰ ਯਕੀਨ ਨਹੀਂ ਹੋ ਰਿਹਾ ਸੀ। ਸਾਬੀ ਨੂੰ ਯਾਦ ਆਇਆ ਪਰਸੋਂ ਦੁਪਹਿਰੇ ਉਹਦੀ ਕਾਰ ਬੂਟਾ ਅਮਲੀ ਮੰਗ ਕੇ ਲੈ ਗਿਆ ਸੀ। ਚੱਲ ਮੇਰੇ ਨਾਲ। ਉਹ ਸਾਰੇ ਕਾਰ 'ਚ ਬੈਠ ਕੇ ਕਾਰ ਬੂਟੇ ਅਮਲੀ ਦੇ ਘਰ ਵੱਲ ਭੱਜੀ ਜਾ ਰਹੀ ਸੀ। ਗੇਟ ਅੱਗੇ ਪਹੁੰਚਦਿਆਂ ਹੀ ਨਿੰਦਰ ਛਾਲ ਮਾਰ ਕੇ ਕਾਰ 'ਚੋਂ ਨਿਕਲ ਗਿਆ। ਬਾਕੀ ਤਿੰਨੇ ਵੀ ਉਹਦੇ ਮਗਰ ਹੋ ਤੁਰੇ। ਗੇਟ ਖੜਕਾਉਣ ਦੀ ਥਾਂ ਉਹਨੇ ਜ਼ੋਰ ਦੀ ਠੁੱਡ ਮਾਰ ਕੇ ਖੋਲ੍ਹਿਆ। ਸਾਹਮਣੇ ਬੂਟਾ ਅਮਲੀ ਵਿਹੜੇ 'ਚ ਮੰਜੇ ਤੇ ਚਾਹ ਦਾ ਗਲਾਸ ਫੜੀ ਬੈਠਾ ਸੀ। ਉਹ ਕੰਜਰ ਦਿਆ ਆਖਦਿਆਂ ਨਿੰਦਰ ਨੇ ਉਹਨੂੰ ਧੂ ਕੇ ਮੰਜੇ ਤੋਂ ਹੇਠਾਂ ਸੁੱਟ ਲਿਆ। ਚਾਹ ਦਾ ਗਲਾਸ ਬੁੜਕ ਕੇ ਦੂਰ ਵਿਹੜੇ 'ਚ ਡਿੱਗਿਆ। ਸਾਰਾ ਟੱਬਰ ਪਲਾਂ 'ਚ ਇਕੱਠਾ ਹੋ ਗਿਆ। ਵੇ ਨਿੰਦਰਾ, ਕੀ ਹੋਇਆ ਪੁੱਤ? ਬੂਟੇ ਅਮਲੀ ਦੀ ਮਾਂ ਨੇ ਚੌਂਕੇ 'ਚੋਂ ਬਾਹਰ ਨਿਕਲ ਕੇ ਤਰਲਾ ਜਿਹਾ ਲੈਂਦਿਆਂ ਪੁੱਛਿਆ। ਉਹ ਪਹਿਲਾਂ ਹੀ ਪੁੱਤ ਦੇ ਰੋਜ਼ ਦੇ ਨਸ਼ਿਆਂ ਨੇ ਕਮਲੀ ਕੀਤੀ ਹੋਈ ਸੀ। ਨਿੰਦਰ ਨੇ ਕੋਈ ਜਵਾਬ ਨਾ ਦਿੱਤਾ। ਉਹਨੇ ਕਮੀਜ਼ ਤੋਂ ਫੜ ਕੇ ਘਸੀੜਦਿਆਂ ਬੂਟੇ ਨੂੰ ਘਰੋਂ ਬਾਹਰ ਲੈ ਆਂਦਾ ਤੇ ਕਾਰ 'ਚ ਬਿਠਾ ਲਿਆ। ਸਾਰੇ ਕਾਰ 'ਚ ਬੈਠ ਗਏ ਤਾਂ ਸਾਬੀ ਨੇ ਕਾਰ ਭਜਾ ਲਈ। ਬੂਟੇ ਦੀ ਮਾਂ ਭੱਜ ਕੇ ਉਹਨਾਂ ਦੇ ਮਗਰ ਆਈ, ਪਰ ਕਾਰ ਪਲਾਂ ਛਿਨਾਂ 'ਚ ਹੀ ਪਹੇ 'ਚੋਂ ਗਾਇਬ ਹੋ ਗਈ। ਸਾਬੀ ਨੇ ਪਿੰਡ ਤੋਂ ਬਾਹਰ ਖੇਤਾਂ 'ਚ ਜਾ ਕੇ ਕਾਰ ਰੋਕ ਦਿੱਤੀ। ਸਾਰੇ ਬਾਹਰ ਨਿਕਲ ਆਏ। ਨਿੰਦਰ ਨੇ ਖਿੱਚ ਕੇ ਬੂਟੇ ਨੂੰ ਬਾਹਰ ਕੱਢਿਆ ਤੇ ਇੱਕ ਪੂਰੇ ਜ਼ੋਰ ਦਾ ਘਸੁੰਨ ਦੇ ਮੂੰਹ ਤੇ ਮਾਰਿਆ। 10 ਕਾਰ ਕਿੱਥੇ ਲੈ ਕੇ ਗਿਆ ਸੀ ਪਰਸੋਂ, ਤੇ ਇੱਕ ਲੱਤ ਜ਼ੋਰ ਦੀ ਉਹਦੇ ਢਿੱਡ 'ਚ ਮਾਰੀ। ਬੂਟਾ ਘੁੰਮਣ ਘੇਰੀ ਖਾ ਕੇ ਥੱਲੇ ਡਿੱਗ ਪਿਆ। ਸਾਬੀ ਨੇ ਉਹਨੂੰ ਦੁਬਾਰਾ ਉਠਾਇਆ ਤੇ ਨਿੰਦਰ ਨੂੰ ਰੋਕਦਿਆਂ ਬੋਲਿਆ, ਖੜ ਜਾ ਨਿੰਦਰ, ਪਹਿਲਾਂ ਗੱਲ ਪਤਾ ਕਰੀਏ, ਇਹਦਾ ਇਲਾਜ ਬਾਅਦ 'ਚ ਕਰਦੇ ਆਂ। ਦੱਸ ਓਏ, ਪਰਸੋਂ ਕਾਰ ਕਿੱਥੇ ਲੈ ਕੇ ਗਿਆ ਸੀ? ਸਾਬੀ ਨੇ ਬੂਟੇ ਅਮਲੀ ਨੂੰ ਧੌਣੋਂ ਫੜਦਿਆਂ ਪੁੱਛਿਆ। ਪਹਿਲਾਂ ਛੱਡ ਫੇਰ ਦੱਸਦਾ। ਬੂਟਾ ਅਮਲੀ ਛੇਤੀ ਦਿਲ ਛੱਡ ਗਿਆ ਸੀ। ਗੁਨਾਹ ਕਿਹੜਾ ਛੋਟਾ ਕੀਤਾ ਸੀ ਉਹਨੇ। ਉੱਪਰੋਂ ਨਸ਼ੇ ਕਰਨ ਨਾਲ ਸਰੀਰ 'ਚ ਬਚਿਆ ਵੀ ਕੁਝ ਨਹੀਂ ਸੀ। ਉਹ ਪਹਿਲਾਂ ਹੀ ਅੰਦਰ ਝੂਰਿਆ ਪਿਆ ਸੀ। ਪਿੰਡ ਦੀ ਕੁੜੀ, ਉਹ ਵੀ ਐਡੀ ਲਾਇਕ ਤੇ ਸ਼ਰੀਫ, ਉਹਨੇ ਖੇ ਖਰਾਬ ਕਰਵਾ ਛੱਡੀ ਸੀ। ਉਹ ਮਨੋਂ ਪਛਤਾਇਆ ਵੀ ਬਹੁਤ ਸੀ ਕੱਲ ਦਾ, ਪਰ ਐਡੀ ਛੇਤੀ ਫੜਿਆ ਜਾਏਗਾ ਇਹ ਨਹੀਂ ਪਤਾ ਸੀ ਉਹਨੂੰ। ਮੇਰਾ ਇੰਨਾ ਕਸੂਰ ਨਹੀਂ ਬਾਈ, ਮੈਂ ਤਾਂ ਨਸ਼ੇ ਦੇ ਲਾਲਚ 'ਚ ਆ ਗਿਆ ਸੀ। ਸਹੁੰ ਰੱਬ ਦੀ, ਮੈਂ ਤਾਂ ਕੁੜੀ ਨੂੰ ਹੱਥ ਵੀ ਨਹੀਂ ਲਾਇਆ। ਉਹਨੇ ਦੋਵੇਂ ਹੱਥ ਜੋੜ ਕੇ ਸਾਬੀ ਦਾ ਤਰਲਾ ਕੀਤਾ। ਨਿੰਦਰ ਵੱਲ ਤਾਂ ਮੂੰਹ ਕਰਨ ਜੋਗਾ ਵੀ ਨਹੀਂ ਸੀ। ਭੌਂਕ ਕੁੱਤਿਆ, ਜਿੰਨੀ ਛੇਤੀ ਬਕੇਗਾ ਓਡੀ ਮੌਤ ਸੌਖੀ ਮਿਲ ਜੂਗੀ ਤੈਨੂੰ। ਨਿੰਦਰ ਨੇ ਅੱਖਾਂ ਪਾੜ ਕੇ ਪੁੱਛਿਆ। ਉਹਦਾ ਰੋਮ ਰੋਮ ਗਮ ਨਾਲ ਮਾਰਿਆ ਪਿਆ ਸੀ। ਉਹਦੀ ਫੁੱਲਾਂ ਵਰਗੀ ਭੈਣ ਕਿਤੇ ਗਵਾਚ ਗਈ ਸੀ। ਬਾਈ ਜੀ, ਮੈਨੂੰ ਸਹੁੰ ਲੱਗੇ, ਮੈਂ ਨਸ਼ੇ ਦੀ ਖਾਤਰ ਹੀ ਉਹਨਾਂ ਦੀ ਗੱਲ ਮੰਨ ਲਈ, ਪਰ ਮੈਨੂੰ ਨਹੀਂ ਪਤਾ ਸੀ ਉਹ ਨੂਰ ਨਾਲ ਐਡਾ ਮਾੜਾ ਸਲੂਕ ਕਰਨਗੇ। ਮੈਂ ਤਾਂ ਸੋਚਿਆ ਲਾਲੀ ਨੂੰ ਨੂਰ ਦਿਲੋਂ ਪਸੰਦ ਏ ਤਾਂ ਹੀ ਖਹਿੜਾ ਕਰ ਰਿਹਾ ਉਹਨੂੰ ਵੇਖਣ ਦਾ। ਪਰ ਬਾਈ ਸੱਚ ਜਾਣਿਓ, ਮੈਂ ਵੀ ਇਹੀ ਸੋਚਿਆ ਸੀ ਕਿ ਲਾਲੀ ਵਰਗਾ ਨਸ਼ੇੜੀ ਕਿਉਂ ਸਾਡੀ ਨੂਰ ਤੇ ਡੋਰੇ ਪਾਵੇ। ਪਰ ਬਾਈ ਉਹਨੇ ਮੈਨੂੰ ਇਹੀ ਕਹਿ ਕੇ ਮਨਾ ਲਿਆ ਵੀ ਮੈਂ ਨੂਰ ਨਾਲ ਬਸ ਗੱਲ ਕਰਨੀ ਆ ਇੱਕ ਵਾਰ, ਤੇ ਮੈਂ ਉਹਦੀ ਗੱਲ ਮੰਨ ਕੇ ਉਹਨੂੰ ਨੂਰ ਦੇ ਕਾਲਜ ਦੇ ਬਾਹਰ ਲੈ ਗਿਆ ਸੀ ਤੇਰੀ ਕਾਰ 'ਚ ਬਿਠਾ ਕੇ। ਪਰ ਮੈਨੂੰ ਨਹੀਂ ਸੀ ਪਤਾ ਉਹ ਐਡਾ ਮਾੜਾ ਕਰਨਗੇ ਉਹਦੇ ਨਾਲ। ਉਹ ਤਾਂ ਬੈਠਦੀ ਵੀ ਨਹੀਂ ਸੀ। ਮੈਂ ਬਹੁਤ ਯਕੀਨ ਦਿਵਾ ਕੇ ਬਿਠਾਇਆ ਸੀ, ਕਿਹਾ ਸੀ ਇਹ ਤਾਂ ਸਾਬੀ ਦੀ ਕਾਰ ਹੈ, ਮੈਂ ਜ਼ਿੰਮੇਵਾਰ ਹਾਂ। ਪਰ ਬਾਈ ਸੱਚ ਕਹਿਣਾ, ਮੈਨੂੰ ਨਹੀਂ ਪਤਾ ਸੀ ਉਹ ਇੰਨਾ ਮਾੜਾ ਕਰਨਗੇ ਉਹਦੇ ਨਾਲ। ਇਹਨਾਂ ਨੇ ਬਹੁਤ ਮਾੜਾ ਕਰਤਾ ਬਾਈ। ਲਾਲੀ ਤੇ ਉਹਦੇ ਦੋਸਤ ਆਪਣੀ ਜ਼ਬਾਨ ਤੋਂ ਮੁੱਕਰ ਗਏ। ਬਹੁਤ ਵੱਡਾ ਪਾਪ ਕਰਵਾਤਾ ਮੇਰੇ ਤੋਂ। ਲਾਲੀ ਨੇ ਬਹੁਤ ਮਾੜਾ ਕੰਮ ਕਰਤਾ ਨੂਰ ਨਾਲ। ਬਾਈ, ਮੈਂ ਬਹੁਤ ਪਛਤਾ ਰਿਹਾ ਕੱਲ ਦਾ, ਮੈਨੂੰ ਬਹੁਤ ਪਛਤਾਵਾ ਬਾਈ। ਮੈਂ ਤੁਹਾਨੂੰ ਸਭ ਸੱਚ ਦੱਸਤਾ। ਹੁਣ ਤੁਸੀਂ ਜੋ ਚਾਹੋ ਮੇਰੇ ਨਾਲ ਸਲੂਕ ਕਰ ਲਓ। ਆਖਦਿਆਂ ਬੂਟਾ ਨਿੰਦਰ ਦੇ ਪੈਰਾਂ ਤੇ ਡਿੱਗ ਕੇ ਉੱਚੀ ਉੱਚੀ ਰੋਣ ਲੱਗ ਪਿਆ। ਨਿੰਦਰ ਦੇ ਕਾਲਜੇ 'ਚ ਹੌਲ ਪਿਆ। ਅਜਿਹਾ ਗਲਤ ਕਰਤਾ ਕੁਛ ਮੇਰੀ ਭੈਣ ਨਾਲ। ਉਹਦਾ ਮੱਥਾ ਠਣ ਗਿਆ। ਉਹ ਛੇਤੀ ਦੱਸ, ਮੇਰੀ ਭੈਣ ਕਿੱਥੇ ਆ ਕੁੱਤਿਆ? ਉਹਨੇ ਬੂਟੇ ਦੇ ਮੱਥੇ 'ਚ ਠੁੱਡ ਮਾਰਿਆ। ਮੇਰੇ ਨਾਲ ਚੱਲੋ ਬਾਈ, ਬੂਟੇ ਦੇ ਸੰਗ 'ਚੋਂ ਮਸਾਂ ਆਵਾਜ਼ ਨਿਕਲੀ। ਸਾਰੇ ਫਿਰ ਗੱਡੀ 'ਚ ਬੈਠ ਗਏ। ਸਾਬੀ ਨੇ ਬੂਟੇ ਨੂੰ ਮੂਹਰੇ ਆਪਣੇ ਨਾਲ ਬਿਠਾ ਲਿਆ। ਗੱਡੀ ਪੂਰੀ ਸਪੀਡ ਨਾਲ ਪਹੇ ਤੇ ਚੜ੍ਹ ਗਈ। ਸਾਬੀ ਬੂਟੇ ਦੇ ਦੱਸੇ ਅਨੁਸਾਰ ਸੜਕੋਂ ਸੜਕੇ ਗੱਡੀ ਭਜਾ ਰਿਹਾ ਸੀ। ਨਿੰਦਰ ਦਾ ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ ਤੇ ਨਸਾਂ ਗੁੱਸੇ ਨਾਲ ਫੜਕ ਰਹੀਆਂ ਸਨ। ਉਹਨੇ ਰਸਤੇ 'ਚ ਕਿੰਨੀ ਵਾਰ ਬੂਟੇ ਦੀ ਧੌਣ ਵਿੱਚ ਪਿੱਛੋਂ ਮੁੱਕੀਆਂ ਮਾਰੀਆਂ। ਬੂਟੇ ਨੂੰ ਚੱਕਰ ਆ ਰਹੇ ਸਨ। 2 ਪਿੰਡ ਲੰਘ ਕੇ ਰੇਤਲੀ ਮਿੱਟੀ ਆ ਗਈ। ਟਿੱਬਿਆਂ ਵਰਗੀ ਧਰਤੀ ਤੇ ਵੱਡੀਆਂ ਵੱਡੀਆਂ ਝਾੜੀਆਂ ਉੱਗੀਆਂ ਹੋਈਆਂ ਸਨ। ਬੇਰੀਆਂ, ਤੂਤ, ਅਮਰੂਦ ਦੇ ਦਰਖਤ ਵਿਰਲੇ ਵਿਰਲੇ ਸਨ। ਪੱਕੀ ਤੋਂ ਬਾਅਦ ਕੱਚੀ ਸੜਕ ਆਈ ਤਾਂ ਬੂਟੇ ਨੇ ਰੁਕਣ ਦਾ ਇਸ਼ਾਰਾ ਕੀਤਾ। ਸਾਬੀ ਨੇ ਗੱਡੀ ਇੱਕ ਪਾਸੇ ਖੜਾ ਕੇ ਬੰਦ ਕਰਤੀ। ਬੂਟੇ ਦੀਆਂ ਲੱਤਾਂ ਕੰਬ ਰਹੀਆਂ ਸਨ। ਉਸ 'ਚ ਤਾਕੀ ਖੋਲ੍ਹਣ ਦੀ ਵੀ ਹਿੰਮਤ ਨਹੀਂ ਸੀ।
ਨਿੰਦਰ ਨੇ ਛਾਲ ਮਾਰ ਕੇ ਕਾਰ ਚੋਂ ਨਿਕਲਦਿਆਂ ਬੂਟੇ ਦੀ ਤਾਕੀ ਖੋਲੀ ਤੇ ਉਹਨੂੰ ਧੂ ਕੇ ਬਾਹਰ ਖਿੱਚ ਲਿਆ। ਉਹ ਛੇਤੀ ਗਾਂਹ ਹੋ, ਦੱਸ ਮੇਰੀ ਭੈਣ ਕਿੱਥੇ ਆ? ਨਿੰਦਰ ਨੇ ਪਹਿਲੀ ਵਾਰ ਗਾਲ ਕੱਢੀ। ਬੂਟਾ ਟੁੱਟੀਆਂ ਜਿਹੀਆਂ ਲੱਤਾਂ ਨਾਲ ਕੱਚੀ ਸੜਕ ਤੋਂ ਪਗਡੰਡੀ ਵੱਲ ਨੂੰ ਹੋ ਤੁਰਿਆ। ਅੱਗੇ ਝਾੜੀਆਂ ਵੱਲ ਨੂੰ ਉਹਨੇ ਇਸ਼ਾਰਾ ਕਰਤਾ ਤੇ ਆਪ ਉੱਥੇ ਹੀ ਸਿਰ ਫੜ ਕੇ ਬਹਿ ਗਿਆ। ਨਿੰਦਰ ਭੱਜ ਕੇ ਝਾੜੀਆਂ ਵੱਲ ਨੂੰ ਹੋਇਆ। ਸਾਬੀ ਤੇ ਬਾਕੀ 2 ਮੁੰਡੇ ਵੀ ਉਹਦੇ ਮਗਰ ਭੱਜੇ। ਥੋੜੀ ਦੂਰ ਜਾ ਕੇ ਜੋ ਉਹਨਾਂ ਦੇਖਿਆ, ਸ਼ਾਇਦ ਹੀ ਦੁਨੀਆ ਦਾ ਕੋਈ ਹੋਰ ਭਰਾ ਵੇਖ ਸਕੇ। ਉਹਦੀ ਜਾਨ ਤੋਂ ਪਿਆਰੀ ਭੈਣ ਅੱਧ ਨੰਗੀ ਹਾਲਤ ਵਿੱਚ ਖੂਨ ਨਾਲ ਲੱਥਪੱਥ ਝਾੜੀਆਂ 'ਚ ਪਈ ਸੀ। ਸੋਹਣਾ ਗੁਲਾਬੀ ਮੂੰਹ ਨੀਲਾ ਹੋਇਆ ਪਿਆ ਸੀ। ਲੰਮੇ ਲੰਮੇ ਪਤਲੇ ਗੋਰੇ ਨਿਸ਼ੋ ਕੱਚੀਆਂ ਗੰਦਲਾਂ ਵਰਗੇ ਹੱਥ ਆਕੜੇ ਪਏ ਸਨ। ਕਿੱਡੇ ਸੋਹਣੇ ਸਿਲਕੀ ਵਾਲ ਰੇਤ 'ਚ ਖਿਲਰੇ ਪਏ ਸਨ। ਚੁੰਨੀ ਸਰੀਰ ਤੋਂ ਦੂਰ ਉੱਡੀ ਪਈ ਸੀ, ਉਹ ਚੁੰਨੀ ਜਿਸ ਨਾਲ ਹਮੇਸ਼ਾ ਉਹ ਆਪਣਾ ਆਪਾ ਢੱਕ ਕੇ ਰੱਖਦੀ ਸੀ। ਨਿੰਦਰ ਦਾ ਕਾਲਜਾ ਪਾਟ ਗਿਆ। ਚੀਕ ਮਾਰ ਕੇ ਉਹ ਨੂਰ ਦੇ ਪੈਰਾਂ 'ਚ ਡਿੱਗ ਪਿਆ। ਉਹ ਸੋਹਣੇ ਪੈਰ ਜੋ ਰੇਤ ਨਾਲ ਰੇਤ ਹੋਏ ਪਏ ਸਨ। ਸਾਬੀ ਨੇ ਪਰਾਂ ਪਿਆ ਦੁਪੱਟਾ ਚੁੱਕ ਕੇ ਨੂਰ ਦਾ ਸਰੀਰ ਚੰਗੀ ਤਰ੍ਹਾਂ ਢੱਕ ਦਿੱਤਾ। ਨਿੰਦਰ ਦੇ ਮੂੰਹ 'ਚੋਂ ਸ਼ਬਦ ਨਹੀਂ ਨਿਕਲ ਰਹੇ ਸਨ। ਉਹਦੀਆਂ ਚੀਕਾਂ ਨਾਲ ਸ਼ਾਇਦ ਅਸਮਾਨ ਵੀ ਕੰਬ ਗਿਆ ਹੋਏਗਾ। ਭਰਾ ਦੀਆਂ ਧਾਹਾਂ ਨੇ ਸ਼ਾਇਦ ਵਿਧ ਮਾਤਾ ਨੂੰ ਵੀ ਵਕਤ ਪਾ ਦਿੱਤਾ ਹੋਏਗਾ। ਨਿੰਦਰ ਪਾਗਲਾਂ ਵਾਂਗ ਨੂਰ ਨੂੰ ਚੰਬੜ ਕੇ ਰੋਈ ਜਾ ਰਿਹਾ ਸੀ। ਬੜੀ ਕੋਸ਼ਿਸ਼ ਦੇ ਬਾਅਦ ਸਾਬੀ ਨੇ ਉਹਨੂੰ ਫੜ ਕੇ ਪਿਛਾਂਹ ਕੀਤਾ ਤੇ ਬਾਕੀ 2 ਮੁੰਡਿਆਂ ਨੇ ਨੂਰ ਨੂੰ ਚੁੱਕ ਕੇ ਘਰ ਤੱਕ ਲਿਆਂਦਾ। ਨਿੰਦਰ ਧਾਹਾਂ ਮਾਰਦਾ ਨੂਰ ਨੂੰ ਆਪਣੀ ਗੋਦ 'ਚ ਲੈ ਕੇ ਕਾਰ 'ਚ ਬੈਠ ਗਿਆ। ਉਹਨੂੰ ਸਮਝ ਨਹੀਂ ਸੀ ਆ ਰਹੀ ਉਹ ਘਰ ਕਿਵੇਂ ਪਹੁੰਚੇ ਤੇ ਮਾਂ ਪਿਓ ਨੂੰ ਨੂਰ ਦੀ ਇਹ ਹਾਲਤ ਕਿਵੇਂ ਵਿਖਾਵੇ। ਸਾਬੀ ਵੀ ਰੋ ਰਿਹਾ ਸੀ, ਬਾਕੀ 2 ਮੁੰਡੇ ਵੀ ਬਾਰ-ਬਾਰ ਅੱਖਾਂ ਪੂੰਝ ਰਹੇ ਸਨ। ਇਹ ਉਹ ਟਾਈਮ ਸੀ ਜਦੋਂ ਇਨਸਾਨ ਨੂੰ ਲੱਗਦਾ ਹੈ ਕਿ ਰੱਬ ਰੁੱਬ ਕਿਤੇ ਨਹੀਂ ਹੁੰਦਾ। ਜੇ ਰੱਬ ਹੁੰਦਾ ਹੋਵੇ ਸੱਚਮੁੱਚ ਤਾਂ ਅਜਿਹੇ ਕੁਕਰਮ ਦੁਨੀਆ ਤੇ ਹੋਣ ਦੇਵੇ, ਤੇ ਜੇ ਹੋਣ ਦੇਵੇ ਤਾਂ ਰੱਬ ਕਾਹਦਾ ਹੋਇਆ, ਕਾਹਦਾ ਪਾਲਣਹਾਰ ਹੋਇਆ। ਬੇਦੋਸ਼ੀਆਂ ਨੂੰ ਐਡਾ ਵੱਡਾ ਕਸ਼ਟ ਝੱਲਣਾ ਕਿਵੇਂ ਇਨਸਾਫ ਹੋਇਆ। ਕਾਰ ਨਿੰਦਰ ਦੇ ਬੂਹੇ ਅੱਗੇ ਰੁਕੀ ਤਾਂ ਆਂਢ ਗੁਆਂਢ ਭੱਜ ਕੇ ਬਾਹਰ ਨਿਕਲਿਆ। ਪਲੋ ਪਲੀ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਸਾਬੀ ਨੇ ਕਾਰ ਚੋਂ ਬਾਹਰ ਨਿਕਲ ਕੇ ਨਿੰਦਰ ਕੋਲੋਂ ਨੂਰ ਨੂੰ ਚੁੱਕ ਲਿਆ। ਬਾਕੀ 2 ਮੁੰਡਿਆਂ ਨੇ ਨਿੰਦਰ ਨੂੰ ਫੜਿਆ ਹੋਇਆ ਸੀ। ਸਾਬੀ ਨੇ ਨੂਰ ਨੂੰ ਵਿਹੜੇ 'ਚ ਲਟਾਤਾ, ਚੁੰਨੀ ਨਾਲ ਸਵਾਰ ਕੇ ਉਹਦੀ ਦੇਹ ਢੱਕਤੀ। ਮਾਂ ਬੜਵਾਏ ਉੱਠੀ ਤੇ ਧਾਹਾਂ ਮਾਰਦੀ ਨੂਰ ਦੇ ਉੱਤੇ ਡਿੱਗ ਕੇ ਫੇਰ ਬੇਹੋਸ਼ ਹੋ ਗਈ। ਲੋਕ ਹੈਰਾਨੀ ਤੇ ਦਰਦ ਨਾਲ ਸਿਲ ਪੱਥਰ ਹੋਏ। ਨੂਰ ਦੀ ਦੇਹ ਤੱਕ ਕੇ ਸ਼ਰਮ ਨਾਲ ਨੀਵੀਆਂ ਪਾਈ ਖੜੇ ਸਨ। ਵੇਖਦੇ ਸਾਰ ਹਰ ਕਿਸੇ ਦੇ ਮੂੰਹ 'ਚੋਂ ਨਿਕਲਦਾ, ਹਾਏ ਰੱਬਾ, ਐਡਾ ਕਹਿਰ। ਇਹ ਕਹਿਰ ਸੀ, ਬਹੁਤ ਵੱਡਾ ਕਹਿਰ। ਇਨਸਾਨ ਦਾ ਜਾਨਵਰ ਤੋਂ ਵੀ ਪੱਥਰ ਦਿਲ ਹੋ ਜਾਣ ਦਾ ਕਹਿਰ। ਮਾਂ ਬਾਪ ਦੀਆਂ ਰੀਝਾਂ ਨਾਲ ਪਾਲੀ ਬੇਕਸੂਰ ਧੀ ਦੇ ਖੁਆਰ ਹੋਣ ਦਾ ਕਹਿਰ। ਇਨਸਾਨੀ ਸੂਰਜ 'ਚ ਖੂੰਖਾਰ ਭੇੜੀਏ ਤੇ ਯਕੀਨ ਕਰ ਲੈਣ ਦਾ ਕਹਿਰ। ਪੰਜਾਬ ਦੇ ਗੱਭਰੂਆਂ ਦੀਆਂ ਨਾੜਾਂ 'ਚ ਨਸ਼ੇ ਵਰਗੇ ਜ਼ਹਿਰ ਦੇ ਰਲ ਜਾਣ ਦਾ ਕਹਿਰ। ਮਾਂ ਬਾਪ ਲਈ ਜਵਾਨ ਧੀ ਪੁੱਤਾਂ ਦੀਆਂ ਲਾਸ਼ਾਂ ਮੋਢੇ ਤੇ ਚੁੱਕਣ ਦਾ ਕਹਿਰ। ਨੂਰ ਦਾ ਸੰਸਕਾਰ ਕਰਕੇ ਵਾਪਸ ਆਉਂਦਿਆਂ ਸਾਰਾ ਪਿੰਡ ਤਰਾਹ-ਤਰਾਹ ਕਰ ਰਿਹਾ ਸੀ। ਸਾਰੀ ਉਮਰ ਉਹਨਾਂ ਨੇ ਐਡਾ ਕਹਿਰ ਤਾਂ ਕਦੇ ਸੁਣਿਆ ਹੀ ਨਹੀਂ ਸੀ। ਇਹ ਕਿਹੜੀ ਵਾਰ ਚੱਲ ਪਈ ਸੀ ਦੁਨੀਆ ਤੇ। ਨਸ਼ੇ ਨੇ ਪਹਿਲਾਂ ਹੀ ਸਾਰੇ ਪਿੰਡ ਦੇ ਮੁੰਡਿਆਂ ਤੇ ਆਦਮੀਆਂ ਨੂੰ ਅੰਨੇ ਕਰਤਾ ਸੀ। ਉੱਪਰੋਂ ਐਡੀ ਵਹਿਸ਼ੀਆਨਾ ਹਰਕਤ, ਉਹ ਵੀ ਪਿੰਡ ਦੀ ਐਡੀ ਲਾਇਕ ਕੁੜੀ ਨਾਲ। ਇਹ ਗੁਨਾਹ ਨਾ ਬਖਸ਼ਣਯੋਗ ਸੀ। ਥਾਣੇ ਰਿਪੋਰਟ ਤਾਂ ਲਿਖੀ ਗਈ ਪਰ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਸੀ। 4 ਦਿਨ ਹੋ ਚੱਲੇ ਸਨ ਘਟਨਾ ਹੋਈ ਨੂੰ ਤੇ ਪੁਲਿਸ ਕੋਲ ਕੋਈ ਜਵਾਬ ਨਹੀਂ ਸੀ। ਨੂਰ ਦੀ ਮਾਂ ਸੁਖਵੰਤ ਕੌਰ ਨੂੰ ਹੋਸ਼ ਆਉਂਦਾ ਉਹ ਚੀਕਾਂ ਮਾਰਨ ਲੱਗ ਪੈਂਦੀ। ਅੱਧ ਬੇਹੋਸ਼ੀ 'ਚ ਬੋਲੀ ਜਾਂਦੀ, ਵੇ ਲੋਕੋ ਮੇਰੀ ਚਿੱਟੀ ਕਬੂਤਰੀ, ਹਾਏ ਮੇਰੀ ਚਿੱਟੀ ਕਬੂਤਰੀ ਕਾਵਾਂ ਨੇ ਖਾ ਲਈ, ਹਾਏ ਕੋਈ ਮੋੜ ਲਿਆ ਹੋਵੇ। ਥੋੜੀ ਦੇਰ ਬਾਅਦ ਫਿਰ ਬੇਹੋਸ਼ ਹੋ ਜਾਂਦੀ। ਨਿੰਦਰ ਵੀ ਅੱਧ ਪਾਗਲਾਂ ਵਾਲੀ ਹਾਲਤ 'ਚ ਬੋਲੀ ਜਾਂਦਾ ਸੀ, ਭੈਣੇ ਮੈਨੂੰ ਮਾਫ਼ ਕਰ ਦੇ, ਭੈਣੇ ਮੈਂ ਤੈਨੂੰ ਬਚਾ ਨਹੀਂ ਸਕਿਆ ਉਹਨਾਂ ਰਾਖਸ਼ਾਂ ਤੋਂ। ਪਿਓ ਤੋਂ ਘਰ ਦੇ ਵਿਹੜੇ 'ਚ ਬੈਠਿਆ ਨਹੀਂ ਸੀ ਜਾਂਦਾ। ਉਹ ਕਦੇ ਬਾਹਰ ਨੂੰ ਤੁਰ ਜਾਂਦਾ, ਕਦੇ ਅੰਦਰ ਚਲਾ ਜਾਂਦਾ, ਕਦੇ ਨੂਰ ਦੇ ਸਟੱਡੀ ਰੂਮ 'ਚ ਬੈਠਾ ਉਹਦੀਆਂ ਕਿਤਾਬਾਂ ਫੋਲੀ ਜਾਂਦਾ। ਕਿੰਨੇ ਚਾਵਾਂ ਨਾਲ ਉਹਨੇ ਨੂਰ ਨੂੰ ਪੜ੍ਹਾ ਕੇ ਡਾਕਟਰ ਬਣਾਉਣਾ ਸੀ।
ਆਸ-ਪਾਸ ਦੇ ਪਿੰਡਾਂ 'ਚ ਕੀ ਸ਼ਹਿਰਾਂ ਵਿੱਚ ਵੀ ਨੂਰ ਦੇ ਬਰਾਬਰ ਕੋਈ ਕੁੜੀ ਨਹੀਂ ਸੀ, ਨਾ ਅਕਲੋਂ ਨਾ ਸ਼ਕਲੋਂ। ਮਾਂ-ਬਾਪ ਦੀ ਉਮਰਾਂ ਦੀ ਪੂੰਜੀ, ਉਹਨਾਂ ਦਾ ਬੇਸ਼ਕੀਮਤੀ ਹੀਰਾ ਕੋਈ ਚੋਰ ਪਲਾਂ ਛਿਣਾਂ 'ਚ ਮਿੱਟੀ ਕਰ ਗਿਆ ਸੀ। ਸੁਰੀਲੇ ਸੰਖਾਂ ਦੀ ਹੂਕ ਜਿਹਾ ਹਾਸਾ ਕਿਸੇ ਵਾਹ-ਵਰੋਲੇ ਦੀ ਭੇਟ ਚੜ ਗਿਆ ਸੀ। ਸਾਰੀਆਂ ਰੀਝਾਂ, ਚਾਅ ਤੇ ਅਰਮਾਨ ਲੁੱਟੇ ਗਏ ਸਨ। ਖਾਲੀ ਵਿਹੜਾ ਖਾਣ ਨੂੰ ਆਉਂਦਾ ਸੀ। ਸੁਖਵੰਤ ਕੌਰ ਰਾਤ ਨੂੰ ਬੜਵਾਏ ਉੱਠਦੀ, ਭੱਜ ਕੇ ਬਾਹਰ ਨਿਕਲਦੀ, ਆਸੇ-ਪਾਸੇ ਗੌਰ ਨਾਲ ਤੱਕਦੀ ਤੇ ਕਿੰਨਾ ਚਿਰ ਬੁੱਤ ਬਣੀ ਖੜੀ ਰਹਿੰਦੀ। ਹਾਰ ਕੇ ਮੰਜੇ ਉੱਤੇ ਜਾ ਡਿੱਗਦੀ। ਉਹ ਦਿਨ ਬ ਦਿਨ ਢਹਿੰਦੀ ਜਾ ਰਹੀ ਸੀ। ਕੂਲੇ ਰੇਸ਼ਮ ਵਰਗੀ ਧੀ ਦੀ ਇੰਨੀ ਮਾੜੀ ਹਾਲਤ ਉਹ ਤੋਂ ਸਹਾਰੀ ਨਹੀਂ ਸੀ ਗਈ। ਨਿੰਦਰ ਦਿਨ ਰਾਤ ਝੂਰਦਾ ਰਹਿੰਦਾ, ਕਿਉਂ ਨਾ ਮੈਂ ਆਪਣੀ ਭੈਣ ਦੇ ਨਾਲ ਗਿਆ। ਉਹ ਕਿਵੇਂ ਜਾਂਦੀ ਜਾਂਦੀ ਮੁੜ ਮੁੜ ਆਖ ਰਹੀ ਸੀ, ਵੀਰੇ ਅੱਜ ਤੂੰ ਛੱਡ ਆ, ਅੱਜ ਮੇਰਾ ਵੈਨ 'ਚ ਜਾਣ ਨੂੰ ਮਨ ਨਹੀਂ ਕਰ ਰਿਹਾ, ਪਲੀਜ਼ ਬਸ ਅੱਜ, ਫੇਰ ਨਹੀਂ ਕਹੂੰਗੀ, ਬਸ ਅੱਜ ਤੂੰ ਛੱਡ ਆ। ਪਰ ਉਹ ਨਾ ਮੰਨਿਆ। ਉਹਨੇ ਵਕਤ ਦੀ ਸੂਈ ਕਿਉਂ ਨਾ ਪੜੀ। ਕਿੰਨੇ ਹਫ਼ਤੇ ਉਹ ਭੈਣ ਦੇ ਗਮ 'ਚ ਮੰਜੇ ਤੇ ਪਿਆ ਰਿਹਾ। ਤਿੰਨੇ ਭੁੱਖੇ ਤਿਹਾਏ ਬੀਤੀ ਘੜੀ ਨੂੰ ਪਛਤਾਉਂਦੇ, ਤਿੰਨੇ ਝੂਰਦੇ ਰਹਿੰਦੇ। ਨਿੰਦਰ ਆਪਣੇ ਆਪ ਨੂੰ ਬਹੁਤ ਹੀਣਾ ਤੇ ਸ਼ਰਮਿੰਦਾ ਮਹਿਸੂਸ ਕਰਦਾ ਰਹਿੰਦਾ। ਹੌਲੀ ਹੌਲੀ ਨਿੰਦਰ ਦੀ ਹੋਸ਼ ਪਰਤਣ ਲੱਗੀ, ਦਿਮਾਗ ਚੱਲਣ ਲੱਗਿਆ। ਦਿਮਾਗ 'ਚ ਆਉਂਦਾ ਰੋਹ ਵੀ ਉਬਾਲੇ ਮਾਰਨ ਲੱਗਾ। ਲਾਲੀ ਨਾਮ ਉਹਦੇ ਦਿਮਾਗ 'ਚ ਘੁੰਮ ਰਿਹਾ ਸੀ। ਸੱਜਣ ਸਿੰਘ ਨੇ ਨਿੰਦਰ ਨੂੰ ਨੂਰ ਦੇ ਭੋਗ ਤੱਕ ਬੜਾ ਰੋਕ ਕੇ ਰੱਖਿਆ ਸੀ। ਉਹ ਆਪਣੀ ਜਵਾਨ ਧੀ ਤਾਂ ਖੋ ਚੁੱਕਿਆ ਸੀ, ਪਰ ਹੁਣ ਉਹਨੂੰ ਪੁੱਤਰ ਦਾ ਫਿਕਰ ਵੱਡ ਵੱਡ ਖਾਂਦਾ ਸੀ। ਸੱਜਣ ਸਿੰਘ ਧੁਰ ਅੰਦਰੋਂ ਟੁੱਟ ਚੁੱਕਾ ਸੀ। ਰੱਬ ਤੋਂ ਵੀ ਤੇ ਰੱਬ ਦੇ ਬਣਾਏ ਇਨਸਾਨਾਂ ਤੋਂ ਵੀ ਉਹਦਾ ਵਿਸ਼ਵਾਸ ਜਮਾ ਉੱਠ ਗਿਆ। ਉਹਨੇ ਕਦੇ ਕਿਸੇ ਨੂੰ ਉੱਚੀ ਆਵਾਜ਼ 'ਚ ਗਾਲ ਨਹੀਂ ਸੀ ਕੱਢੀ, ਪਰ ਉਹਦੇ ਨਾਲ ਐਡੀ ਵੱਡੀ ਮਾੜੀ ਅਣਹੋਣੀ ਕਿਵੇਂ ਹੋਈ? ਨਿੰਦਰ ਦਾ ਖੂਨ ਉਬਾਲੇ ਖਾ ਰਿਹਾ ਸੀ। ਕਿਹੜਾ ਵੇਲਾ ਹੋਵੇ ਤੇ ਉਹ ਲਾਲੀ ਨੂੰ ਕੋਹ ਕੋਹ ਕੇ ਮਾਰ ਸੁੱਟੇ, ਆਪਣੀ ਭੈਣ ਨਾਲ ਹੋਏ ਅਤਿਆਚਾਰ ਦਾ ਬਦਲਾ ਲਵੇ। ਪਰ ਸੱਜਣ ਸਿੰਘ ਉਹਨੂੰ ਹਰ ਪਲ ਸਮਝਾ ਰਿਹਾ ਸੀ, ਪੁੱਤਰਾ ਉਹ ਸਿਰੇ ਦੇ ਨਸ਼ੇੜੀ ਬੰਦੇ ਨੇ, ਆਪਾਂ ਪੁਲਿਸ ਨੂੰ ਤਾਂ ਇਤਲਾਹ ਕਰ ਹੀ ਦਿੱਤੀ ਹੈ, ਕਾਨੂੰਨੀ ਹਿਸਾਬ ਨਾਲ ਚੱਲਾਂਗੇ, ਬਦਲਾ ਜ਼ਰੂਰ ਲਵਾਂਗੇ ਪਰ ਕਾਨੂੰਨ ਦੀ ਮਦਦ ਨਾਲ। ਪਰ ਨਿੰਦਰ ਦੇ ਜਿਵੇਂ ਕੰਨ 'ਚ ਗੱਲ ਪੈਂਦੀ ਉਵੇਂ ਬਾਹਰ ਨਿਕਲ ਜਾਂਦੀ। ਉਹਦਾ ਦਿਮਾਗ ਹਮੇਸ਼ਾ ਗਰਮ ਰਹਿੰਦਾ। ਲਾਲੀ ਜੇ ਇਹਨਾਂ ਦਿਨਾਂ 'ਚ ਉਹਦੇ ਸਾਹਮਣੇ ਆ ਜਾਂਦਾ ਤਾਂ ਨਿੰਦਰ ਉਹਨੂੰ ਕੱਚਾ ਚਬਾ ਜਾਂਦਾ। ਸੁਖਵੰਤ ਕੌਰ ਅੱਧ ਮੋਈ ਜਿਹੀ ਲੱਤਾਂ ਘੜੀਸਦੀ ਆਪਣੀ ਧੀ ਦੀਆਂ ਆਖਰੀ ਰੀਝਾਂ, ਆਖਰੀ ਰੀਤਾਂ ਪੂਰੀਆਂ ਕਰ ਰਹੀ ਸੀ। ਜਿਹੜੀ ਧੀ ਨੂੰ ਡੋਲੀ 'ਚ ਬਿਠਾ ਕੇ ਉਹਨੇ ਸ਼ਗਨ ਮਨਾਉਣੇ ਸੀ, ਉਸੇ ਧੀ ਦਾ ਆਪਣੇ ਹੱਥੀਂ ਉਹਨੇ ਭੋਗ ਵੀ ਪਾ ਦਿੱਤਾ ਸੀ। ਉਹਦੀ ਨੂਰ ਮੌਤ ਦੀ ਡੋਲੀ ਚਾੜ ਦਿੱਤੀ ਗਈ ਸੀ। ਉਹਦੀ ਲਾਡਲੀ ਨੂਰ ਤੇ ਆਪਣੀ ਲਾਡਲੀ ਨੂਰ ਨੂੰ ਲੱਭਦੀ ਲੱਭਦੀ ਸੁਖਵੰਤ ਕੌਰ ਵੀ ਉਹਦੇ ਪਿੱਛੇ ਪਿੱਛੇ ਕਿਤੇ ਗੁਆਚ ਚੱਲੀ ਸੀ। ਦਿਨ ਦਿਨ ਪਲ ਪਲ ਘੜੀ ਘੜੀ ਉਹ ਬੁਝਦੀ ਜਾ ਰਹੀ ਸੀ। ਨਾ ਕੁਝ ਖਾਂਦੀ ਨਾ ਪੀਂਦੀ, ਬਸ ਡੱਬ ਡਬਾਈਆਂ ਅੱਖਾਂ ਨਾਲ ਘਰ ਆਉਂਦੇ ਜਾਂਦੇ ਲੋਕਾਂ ਨੂੰ ਵੇਖਦੀ ਰਹਿੰਦੀ। ਜਿਵੇਂ ਕਿਸੇ ਉਪਰੀ ਥਾਂ ਤੇ ਜਾ ਕੇ ਬੱਚਾ ਮਾਂ ਨੂੰ ਲੱਭਦਾ ਹੈ, ਉਹ ਆਪਣੀ ਲਾਡਲੀ ਧੀ ਨੂੰ ਲੱਭਦੀ ਸੀ। ਦੁਨੀਆ ਉਹਦੇ ਬਿਨਾਂ ਉਪਰੀ ਹੋ ਗਈ ਸੀ। ਉਹ ਆਪਣੇ ਘਰ ਵੀ ਆਪਣਾ, ਇਹ ਆਪਣਾ ਘਰ ਵੀ ਆਪਣਾ ਨਹੀਂ ਸੀ ਲੱਗਦਾ। ਕੁਝ ਦਿਨਾਂ 'ਚ ਉਹਦੀ ਹੱਸਦੀ ਵਸਦੀ ਦੁਨੀਆ ਉਜਾੜ ਬਣ ਗਈ ਸੀ। ਨੂਰ ਦੇ ਕਮਰੇ ਵੱਲ ਜਾਣ ਤੇ ਵੀ ਉਹਨੂੰ ਡਰ ਲੱਗਦਾ। 2 ਕਦਮ ਅਗਾਂਹ ਤੁਰਦੀ ਤੇ ਫਿਰ ਪਿਛਾਂਹ ਮੁੜ ਪੈਂਦੀ। ਰੋ ਰੋ ਕੇ ਅੱਖਾਂ ਦਾ ਪਾਣੀ ਸੁੱਕ ਗਿਆ ਸੀ। ਉਹ ਰੱਬ ਨੂੰ ਬਹੁਤ ਮੰਨਦੀ ਸੀ, ਹਮੇਸ਼ਾ ਸ਼ੁਕਰਾਨਾ ਕਰਦੀ ਸੀ। ਇੰਨੀ ਸੋਹਣੀ ਔਲਾਦ ਤੇ ਸਵਰਗ ਵਰਗਾ ਘਰ ਜੋ ਮਿਲਿਆ ਸੀ, ਤੇ ਹੁਣ ਉਸ ਭਗਤੀ ਭਾਵਨਾ ਭਰੇ ਦਿਲ 'ਚੋਂ ਜੋ ਪੱਥਰ ਧਰਿਆ ਗਿਆ ਸੀ, ਉਹ ਪੱਥਰ ਉਹਨੂੰ ਲੈ ਕੇ ਹੌਲੀ ਹੌਲੀ ਗਮ ਦੇ ਅਥਾਹ ਸਮੁੰਦਰ 'ਚ ਉਤਰ ਰਿਹਾ ਸੀ। ਦਿਨੋਂ ਦਿਨ ਇਸ ਦੀਵੇ ਦੀ ਲੋ ਬੁਝਦੀ ਜਾ ਰਹੀ ਸੀ ਤੇ ਅਖੀਰ ਹੌਲੀ ਹੌਲੀ ਬੁਝਦੀ ਸੁਖਵੰਤ ਕੌਰ ਨੂਰ ਦੇ ਜਾਣ ਦੇ ਮਹੀਨਾ ਬਾਅਦ ਹੀ ਚੱਲ ਵਸੀ। ਭੈਣ ਦੇ ਜਾਣ ਦਾ ਗਮ ਤਾਂ ਬਹੁਤ ਸੀ, ਪਰ ਮਾਂ ਦੀ ਮੌਤ ਨਿੰਦਰ ਨੂੰ ਪਹਿਲਾਂ ਹੀ ਦਿਸ ਪਈ ਸੀ। ਉਹਨੂੰ ਪਤਾ ਸੀ ਉਹ ਨੂਰ ਬਿਨਾਂ ਨਹੀਂ ਜੀਏਗੀ। ਉਸ ਨੂਰ ਬਿਨਾਂ ਜਿਹਦੇ ਪੈਰਾਂ ਦੀਆਂ ਤਲੀਆਂ ਹੇਠ ਹੱਥ ਧਰ ਧਰ ਕੇ ਵੱਡਾ ਕੀਤਾ ਸੀ ਉਹਨੇ। ਨਿੰਦਰ ਤੇ ਸੱਜਣ ਸਿੰਘ ਹੁਣ ਦੋਵੇਂ ਵੀਰਾਨ ਘਰ 'ਚ ਪਏ ਛੱਤ ਵੱਲ ਘੂਰਦੇ ਰਹਿੰਦੇ। ਕੁਝ ਕਹਿਣ ਸੁਣਨ ਨੂੰ ਨਹੀਂ ਸੀ ਬਚਿਆ। ਤਾਈਆਂ ਚਾਚੀਆਂ ਤਰਸ ਖਾ ਕੇ ਦੋਵੇਂ ਵੇਲੇ ਦੀ ਰੋਟੀ ਦੇ ਜਾਂਦੀਆਂ। ਵਕਤ ਦੇ ਬੀਤਣ ਨਾਲ ਜ਼ਖਮ ਭਰ ਜਾਂਦਾ। ਨਿੰਦਰ ਦੇ ਦਿਲ ਦਾ ਵਹਾਅ ਵੀ ਕੁਝ ਠਿੱਲ ਰਿਹਾ ਸੀ। ਉਹ ਆਪਣੀ ਸ਼ਕਤੀ ਦੁਬਾਰਾ ਇਕੱਠੀ ਕਰ ਰਿਹਾ ਸੀ। ਭੈਣ ਦੀ ਮੌਤ ਦੇ ਕਾਰਨ ਤੱਕ ਅਪੜਨ ਲਈ ਆਪਣੀਆਂ ਨਸਾਂ ਮਜ਼ਬੂਤ ਕਰ ਰਿਹਾ ਸੀ। ਅੱਜ ਨਿੰਦਰ ਵੇਲੇ ਸਿਰ ਉੱਠ ਗਿਆ। ਅੱਜ ਸੱਜਣ ਸਿੰਘ ਨੂੰ ਉਹਨੂੰ ਉਠਾਉਣ ਲਈ ਆਵਾਜ਼ ਨਹੀਂ ਮਾਰਨੀ ਪਈ। ਉਹਨੇ ਨਹਾ ਧੋ ਕੇ ਆਪਣੇ ਪਿਓ ਲਈ ਚਾਹ ਬਣਾਈ। ਚਾਹ ਪੀ ਕੇ ਨਿੰਦਰ ਬਾਹਰ ਨਿਕਲ ਗਿਆ। ਗੇਟ ਤੋਂ ਬਾਹਰ ਪੈਰ ਧਰਨ ਨੂੰ ਇੰਨੇ ਦਿਨ ਜੀ ਨਹੀਂ ਸੀ ਕੀਤਾ,
ਪਰ ਅੱਜ ਉਹਦੇ ਕਦਮਾਂ 'ਚ ਤੇਜ਼ੀ ਸੀ। ਉਹ ਕਾਹਲੀ ਕਾਹਲੀ ਸਾਬੀ ਦੇ ਘਰ ਵੱਲ ਜਾ ਰਿਹਾ ਸੀ। ਸਾਬੀ ਦੇ ਗੇਟ 'ਚ ਖਲੋ ਕੇ ਉਹਨੇ ਪੂਰੀ ਗਰਜਾਈ ਆਵਾਜ਼ 'ਚ ਆਵਾਜ਼ ਮਾਰੀ। ਸਾਰੇ ਜੀ ਭੱਜ ਕੇ ਬਾਹਰ ਨਿਕਲੇ, ਪਰ ਕਿਸੇ ਦੀ ਵੀ ਨਿੰਦਰ ਨੂੰ ਉਹਦੇ ਆਉਣ ਦਾ ਕਾਰਨ ਪੁੱਛਣ ਦੀ ਹਿੰਮਤ ਨਾ ਹੋਈ। ਸਾਬੀ ਨੂੰ ਲੈ ਕੇ ਨਿੰਦਰ ਬੂਟੇ ਅਮਲੀ ਦੇ ਘਰ ਵੱਲ ਹੋ ਤੁਰਿਆ। ਉਹਦੇ ਮਨ 'ਚ ਗੁੱਸਾ ਤੇ ਅੱਖਾਂ 'ਚ ਬਦਲੇ ਦੀ ਅੱਗ ਬਲ ਰਹੀ ਸੀ। ਬੂਟਾ ਅਮਲੀ ਘਰ ਨਹੀਂ ਸੀ। ਘਰਦਿਆਂ ਨੇ ਦੱਸਿਆ ਜਿਸ ਦਿਨ ਨੂਰ ਦਾ ਸੰਸਕਾਰ ਹੋਇਆ ਸੀ ਉਸ ਦਿਨ ਤੋਂ ਘਰ ਨਹੀਂ ਮੁੜਿਆ। ਪਤਾ ਨਹੀਂ ਕਿੱਥੇ ਤੁਰ ਗਿਆ। ਲੱਭਣ ਦਾ ਬੜਾ ਯਤਨ ਕੀਤਾ ਪਰ ਕੋਈ ਥਹੁ ਪਤਾ ਨਹੀਂ ਲੱਗਾ। ਸੁਣ ਕੇ ਨਿੰਦਰ ਇੱਕ ਵਾਰ ਚੁੱਪ ਕਰ ਗਿਆ। ਫਿਰ ਉਹਨੇ ਬੂਟੇ ਅਮਲੀ ਦੇ ਪਿਓ ਕੋਲੋਂ ਲਾਲੀ ਬਾਰੇ ਪੁੱਛਿਆ। ਪੁੱਤ ਬਹੁਤਾ ਤੇ ਨਹੀਂ ਪਤਾ, ਪਰ ਇੰਨਾ ਕੁ ਦੱਸਿਆ ਸੀ ਬੂਟੇ ਨੇ ਵੀ ਉਹ ਲਾਗਲੇ ਪਿੰਡ ਕਮੀਆਂ ਕੇ ਬਾਲਾ ਜਾਂਦਾ ਸੀ। ਸੂਆ ਟੱਪ ਕੇ ਅਗਲਾ ਹੀ ਪਿੰਡ ਏ ਪੁੱਤਾ। ਬੂਟੇ ਦੇ ਪਿਓ ਨੇ ਦੱਸਿਆ ਤਾਂ ਨਿੰਦਰ 2 ਹੱਥ ਜੋੜ ਕੇ ਉੱਥੋਂ ਤੁਰ ਪਿਆ। ਕਾਫੀ ਕੁਝ ਪੁੱਛ ਪੜਤਾਲ ਤੋਂ ਬਾਅਦ ਆਖਰ ਨਿੰਦਰ ਨੇ ਲਾਲੀ ਦਾ ਸੁਰਾਗ ਕੱਢ ਲਿਆ। ਉਹ ਕਮੀਆਂ ਕੇ ਪਿੰਡ ਦੇ ਕਮੀਆਂ ਦਾ ਮੁੰਡਾ ਸੀ। ਉਹਨਾਂ ਦਾ ਸਾਰਾ ਪਿੰਡ ਹੀ ਕਮੀਆਂ ਦਾ ਸੀ। ਕੁਝ ਪੁਰਾਣੇ ਕਮੀ ਤੇ ਬਾਕੀ ਬਿਹਾਰ ਤੋਂ ਆ ਕੇ ਵਸੇ ਬਿਹਾਰੀਏ ਵੀ ਹੁਣ ਪੰਜਾਬੀ ਬਣ ਕੇ ਇਸ ਪਿੰਡ 'ਚ ਆਪਣੇ ਪੱਕੇ ਘਰ ਬਣਾ ਕੇ ਬੈਠੇ ਸੀ। ਇਹਨਾਂ ਦੇ ਧੀਆਂ ਪੁੱਤ ਸਕੂਲ ਕਾਲਜਾਂ 'ਚ ਪੜ੍ਹਦੇ ਸਨ ਤੇ ਆਪ ਇਹ ਸਾਰੀ ਉਮਰ ਜੱਟਾਂ ਦੀਆਂ ਜ਼ਮੀਨਾਂ ਵਾਹੁੰਦੇ ਰਹੇ ਸਨ। ਕੁਝ ਨੇ ਤਾਂ ਕਮਾਈਆਂ ਕਰਕੇ ਆਪਣੀਆਂ ਥੋੜ੍ਹੀਆਂ ਬਹੁਤ ਜ਼ਮੀਨਾਂ ਵੀ ਬਣਾ ਲਈਆਂ ਸਨ। ਕੋਈ ਠੇਕੇ ਤੇ ਲੈ ਕੇ ਭੋਏ ਵਾਹੁੰਦਾ ਸੀ। ਧੰਨਵਾਦ।